ਆਪਾਂ ਨਾ ਟੌਪਿਕ ਸ਼ੁਰੂ ਕਰਨ ਲੱਗੇ ਆ ਐਕਸਪੋਜ਼ਰ ਟੂ ਕੰਪਿਊਟਰ ਡਿਸਪਲਿਨਸ ਦੇ ਵਿੱਚ ਹੀ ਡਾਟਾ ਪ੍ਰੋਸੈਸਿੰਗ ਵਾਲਾ ਇੱਕ ਚੈਪਟਰ ਹੈ। ਉਹਦੇ ਵਿੱਚ ਕੁਝ ਚੀਜ਼ਾਂ ਰਹਿੰਦੇ ਨੇ ਪੜ੍ਹਨ ਵਾਲੀਆਂ, ਉਹ ਹੁਣ ਪੜ੍ਹਦੇ ਆ। ਡਾਟਾ ਪ੍ਰੋਸੈਸਿੰਗ ਦੇ ਚੈਪਟਰ ਦੇ ਵਿੱਚ ਨਾ ਇੱਕ ਵੌਨ ਨਿਊਮੈਨ आर्किटेक्चर है। एक ही है वॉन न्यूमैन आर्किटेक्चर। सब तो पहला 1945 ਵਿੱਚ ਇਹ ਨਾਮ ਹੀ ਹੈ ਸਾਇੰਟਿਸਟ ਦਾ ਜਿਹਨੇ ਪਬਲਿਸ਼ ਕੀਤਾ ਸੀ। ਪਬਲਿਸ਼ਡ ਇਨ 1945, ਪਬਲਿਸ਼ਡ ਇਨ 1945। ਇਹਨੇ ਇਹ ਦੱਸਿਆ ਸੀ ਕਿ ਜਿਹੜਾ ਕੰਪਿਊਟਰ ਦਾ ਡਿਜ਼ਾਈਨ ਹੈ ਉਹ ਤੁਹਾਡਾ ਇੱਦਾਂ ਦਾ ਹੋਵੇ ਕਿ ਤੁਹਾਡੇ ਕੰਪਿਊਟਰ ਦਾ ਜਿਹੜਾ ਪ੍ਰੋਸੈਸਰ ਹੈ, ਪ੍ਰੋਸੈਸਰ ਅਕੋਰਡਿੰਗ ਟੂ ਦਿਸ ਆਰਕੀਟੈਕਚਰ, ਕਿ ਜਿਹੜਾ ਤੁਹਾਡਾ ਪ੍ਰੋਸੈਸਰ ਹੈ ਉਹ ਇਸ ਤਰ੍ਹਾਂ ਦਾ ਹੋਵੇ ਕਿ ਤੁਹਾਡੇ ਪ੍ਰੋਸੈਸਰ ਦੇ ਵਿੱਚ ਇੱਕ ਤਾਂ ਕੰਟਰੋਲ ਯੂਨਿਟ ਹੋਣੀ ਚਾਹੀਦੀ ਹੈ ਜੋ ਹੁਣ ਦੇ ਕੰਪਿਊਟਰ 'ਚ ਹੈਗੀ ਹੋਈ ਹੈ। ਯਾਨੀ ਜਿਹੜੇ ਮਾਡਰਨ ਕੰਪਿਊਟਰਸ ਨੇ ਉਹ ਇਸ ਆਰਕੀਟੈਕਚਰ ਦੇ ਬੇਸ ਤੇ ਬਣੇ ਹੋਏ ਨੇ। ਹਰ ਮਾਡਰਨ ਕੰਪਿਊਟਰ ਦੇ ਵਿੱਚ CPU ਦੇ ਅੰਦਰ ਇੱਕ ਪ੍ਰੋਸੈਸਰ ਦੇ ਅੰਦਰ ਜਾਂ CPU ਜਾਂ ਪ੍ਰੋਸੈਸਰ ਨੂੰ CPU ਵੀ ਕਹਿ ਦਿੰਦੇ ਆ। ਪ੍ਰੋਸੈਸਰ ਮਸਟ ਹੈਵ ਇੱਕ ਕੰਟਰੋਲ ਯੂਨਿਟ ਇਨਬਿਲਟ। ਉਹਦੇ ਅੰਦਰ ਹੀ ਇੱਕ ਪ੍ਰੋਸੈਸਰ ਦੇ ਵਿੱਚ ਇੱਕ ਕੰਟਰੋਲ ਯੂਨਿਟ ਹੋਣਾ ਚਾਹੀਦਾ ਆ। ਇੱਕ ਉਹਦੇ ਅੰਦਰ ਹੋਣਾ ਚਾਹੀਦਾ ਅਰਥਮੈਟਿਕ ਐਂਡ ਲੌਜਿਕ ਯੂਨਿਟ। ਮੈਂ ਇਹ ਦੱਸਣਾ ਚਾਹੂੰਗਾ ਕਿ ਜਿਵੇਂ ਆਪਣੇ ਕੰਪਿਊਟਰਸ ਨੇ ਉਹਨਾਂ ਦਾ ਜਿਹੜਾ ਪ੍ਰੋਸੈਸਰ ਹੈ ਉਸ ਪ੍ਰੋਸੈਸਰ ਦੇ ਅੱਗੇ ਤਿੰਨ ਪਾਰਟ ਨੇ। ਵਨ ਇਜ਼ ਕੰਟਰੋਲ ਯੂਨਿਟ, ਸੈਕੰਡ ਇਜ਼ ALU, ਥਰਡ ਇਜ਼ ਮੈਮਰੀ। ਮੈਮਰੀ ਰਜਿਸਟਰਸ ਇਹਨਾਂ ਨੂੰ ਮਿਲ ਕੇ CPU ਬਣਿਆ ਹੋਇਆ। ਉਹ ਇਹ ਵੀ ਕਹਿ ਗਿਆ ਜਿਹੜਾ ਵੌਨ ਨਿਊਮੈਨ ਆਰਕੀਟੈਕਚਰ ਦੇ ਮੁਤਾਬਕ ਕਿ ਤੁਹਾਡੇ CPU ਦੇ ਅੰਦਰ ਹੀ ਇਨਸਟਰਕਸ਼ਨਾਂ ਵੀ ਸਟੋਰ ਹੋ ਸਕਣ। ਆ ਜਿਹੜੀ ਮੈਮਰੀ ਹੈ ਇਹਦੇ 'ਚ ਇੰਨੀ ਸਪੇਸ ਹੋਵੇ ਕਿ ਇਹਦੇ ਵਿੱਚ ਇਨਸਟਰਕਸ਼ਨਾਂ ਵੀ ਸਟੋਰ ਹੋ ਜਾਣ ਤੇ ਇਹਦੇ 'ਚ ਡਾਟਾ ਵੀ ਸਟੋਰ ਹੋਵੇ ਵੀ ਆਹ ਰਕਮਾਂ ਨੇ ਆਹ ਕੰਮ ਕਰਨਾ ਆ। ਇਹ ਸਟੋਰ ਹੋਣ ਦੀ ਕੈਪੈਸਿਟੀ ਹੋਵੇ ਤਾਂ ALU ਇਹਨਾਂ ਰਕਮਾਂ ਨੂੰ ਹੱਲ ਕਰੂਗਾ। ALU ਦਾ ਫੁੱਲ ਫਾਰਮ ਹੈ ਅਰਥਮੈਟਿਕ ਐਂਡ ਲੌਜਿਕ ਯੂਨਿਟ, ਜਿਹਨੇ ਕੈਲਕੂਲੇਸ਼ਨ ਕਰਨੀ ਹੈ। ਹੁਣ ਜਿਵੇਂ ਮੈਂ ਆਪਣੀ ਐਗਜ਼ਾਮਪਲ ਦੇਵਾਂ ਕਿ ਮੇਰਾ ਦਿਮਾਗ ਜਾਂ ਮੈਂ ਆਪਣੇ ਆਪ 'ਚ ਇੱਕ ਕੰਪਿਊਟਰ ਹਾਂ ਤੇ ਮੈਨੂੰ ਅਗਰ ਕੋਈ ਇਹ ਕਹਿ ਦੇਵੇ ਕਿ ਦੋ ਰਕਮਾਂ ਨੇ ਮੈਂ ਪਲੱਸ ਕਰ ਦੇਵਾਂ, ਮੈਨੂੰ ਪਤਾ ਕਿ ਮੈਂ ਪਲੱਸ ਕਰ ਲੂੰਗਾ, ਦੋ ਰਕਮਾਂ ਮਿਲ ਜਾਣ ਤਾਂ। ਪਰ ਜੇ ਰਕਮਾਂ ਮੇਰੇ ਦਿਮਾਗ 'ਚ ਹੋਣਗੀਆਂ ਤਾਂ ਹੀ ਮੇਰਾ ਦਿਮਾਗ ਪਲੱਸ ਕਰੂਗਾ ਨਾ। ਇੱਦਾਂ ਹੀ ਇਹ ਕੰਪਿਊਟਰ ਦਾ ਦਿਮਾਗ ਹੈ। ਇਹਨੇ ਪਲੱਸ ਕਰਨ ਵਾਸਤੇ ਆਹ ਅੰਦਰ ਹੈਗਾ ਲੱਗਿਆ ਹੈ ਸਿਸਟਮ ਜਿਹਨੇ ਪਲੱਸ ਕਰਨਾ ਹੈ। ਪਲੱਸ ਇਹ ਤਾਂ ਕਰ ਸਕੂਗਾ ਜੇ ਰਕਮਾਂ ਇਹਨੂੰ ਮਿਲਣਗੀਆਂ। ਰਕਮਾਂ ਵੀ ਇਹਦੇ 'ਚ ਹੋਣ, ਮਤਲਬ ਕੰਪਿਊਟਰ ਦੇ ਆਪਣੀ ਮੈਮਰੀ ਇੱਕ ਛੋਟੀ ਜਿਹੀ ਹੈ, ਉਹਦੇ ਅੰਦਰ ਰਕਮਾਂ ਵੀ ਜਾਣਗੀਆਂ, ਪਲੱਸ ਕਰਨ ਵਾਸਤੇ ਇਨਸਟਰਕਸ਼ਨ ਵੀ ਜਾਊਗੀ। ਓਨਲੀ ਦੈਨ ALU ਵਿਲ ਬੀ ਏਬਲ ਟੂ ਪਲੱਸ। ਜੇ ਇਹ ਮੈਮਰੀ ਨਾ ਹੋਵੇ ALU ਪਲੱਸ ਤਾਂ ਕਰ ਸਕਦਾ ਪਰ ਰਕਮਾਂ ਹੈ ਹੀ ਨਹੀਂ, ਕੰਪਿਊਟਰ ਨੂੰ ਇਹ ਪਤਾ ਹੀ ਨਹੀਂ ਲੱਗੂਗਾ ਕਿ ਮੈਂ ਕੀ ਕਰਨਾ ਆ। ਮਤਲਬ ਕੱਲਾ ALU ਕੰਮ ਨਹੀਂ ਕਰੂਗਾ, ਉਹਨੂੰ ਮੈਮਰੀ ਵੀ ਚਾਹੀਦੀ ਹੈ। ਮੈਮਰੀ ਅੰਦਰ ਹੋਣੀ ਚਾਹੀਦੀ ਹੈ। ਜਿਹੜੀ ਅੰਦਰਲੀ ਮੈਮਰੀ ਹੈ ਉਹਦੇ ਬਾਰੇ ਥੋੜ੍ਹੇ ਜਿਹਾ ਆਪਾਂ ਹੁਣ ਪੜਾਂਗੇ। ਜਿਹੜੀ ਇਹ ਮੈਮਰੀ ਹੈ ਇਹਦੇ ਅੰਦਰ ਰਜਿਸਟਰਸ ਨੇ। ਰਜਿਸਟਰ ਦਾ ਮਤਲਬ ਇੱਕ ਛੋਟੀ ਛੋਟੀ ਸਪੇਸ ਹੈ। ਜਿੱਦਾਂ ਮੰਨ ਲਓ ਇੱਕ ਮੈਮਰੀ ਹੈ, ਇਹਦੇ ਵਿੱਚ ਇਹਨੂੰ ਆਪਾਂ ਰਜਿਸਟਰ ਕਹਿੰਦੇ ਨੇ, ਜਿਹੜੇ 'ਚ ਛੋਟੀ ਜਿਹੀ ਮੈਮਰੀ ਹੈ ਜਿਹੜੀ ਕੰਪਿਊਟਰ ਦੇ ਕੋਲ ਆਪਣੇ ਕੋਲ ਪਈ ਹੈ। ਮਤਲਬ ਇਹਨੂੰ ਆਪਾਂ ਰਜਿਸਟਰ ਕਹਿੰਦੇ ਆ। ਰਜਿਸਟਰ ਦਾ ਮਤਲਬ ਹੈਗਾ ਇਹ ਸਮਾਲ ਅਮਾਊਂਟ ਆਫ ਸਟੋਰੇਜ ਡਿਵਾਈਸ। ਇਹ ਛੋਟੀ ਜਿਹੀ ਮੈਮਰੀ ਹੈ। ਜਿੱਦਾਂ ਟੈਂਪਰੇਰੀ ਮੈਨੂੰ ਕਿਸ ਨੇ ਕਹਿਤਾ ਜੀ 25 ਤੇ 35 ਦੋ ਰਕਮਾਂ ਜੋੜ ਕਰੋ। ਉਹ 25 ਤੇ 35 ਜਦੋਂ ਮੇਰੇ ਦਿਮਾਗ 'ਚ ਗਈਆਂ ਰਕਮਾਂ ਹੁਣ ਯਾਦ ਨੇ, ਮੈਂ 25 ਤੇ 35 ਜੋੜ ਲਾ ਕੇ 60 ਆਨਸਰ ਬਣਾ ਲਿਆ, ਬਣਾ ਕੇ ਤੁਹਾਨੂੰ ਦੱਸ ਵੀ ਦਿੱਤਾ ਕਿ ਆਨਸਰ 60 ਆ ਗਿਆ। ਹੁਣ ਮੈਨੂੰ ਇਹ ਰਕਮਾਂ ਅੱਜ ਯਾਦ ਨੇ। ਜੇ ਮੈਂ 10 ਦਿਨ ਬਾਅਦ ਜਾਂ 2 ਦਿਨ ਬਾਅਦ ਮੈਂ ਕਹੂੰਗਾ ਮੈਂ ਜੋੜ ਲਾਇਆ ਸੀਗਾ, ਕਿਹੜੀਆਂ ਰਕਮਾਂ ਜੋੜ ਲਾਇਆ ਸੀ ਮੈਨੂੰ ਯਾਦ ਨਹੀਂ ਹੈਗੀਆਂ। ਰਕਮਾਂ ਇੱਥੇ ਚਲੇ ਗਈਆਂ, ਜੋੜ ਲਾ ਕੇ ਰਿਜ਼ਲਟ ਆ ਗਿਆ, ਰਿਜ਼ਲਟ ਸ਼ੋ ਵੀ ਕਰਵਾਤਾ, ਉਸ ਵਾਰ ਰਕਮਾਂ ਇੱਥੋਂ ਮਿਟ ਜਾਣਗੀਆਂ। ਇਹ ਟੈਂਪਰੇਰੀ ਮੈਮਰੀ ਹੈ। ਸਟੋਰੇਜ ਕੈਪੈਸਿਟੀ ਬਹੁਤ ਜ਼ਿਆਦਾ ਨਹੀਂ ਹੈਗੀ, ਥੋੜੀ ਹੀ ਸਟੋਰੇਜ ਕੈਪੈਸਿਟੀ ਹੈ। ਜਿਹੜੀ ਕੰਪਿਊਟਰ ਦੀ ਮੇਨ ਮੈਮਰੀ ਹੈ, ਜਿਹਨੂੰ ਆਪਾਂ ਰੈਂਡਮ ਐਕਸੈਸ ਮੈਮਰੀ ਕਹਿੰਦੇ ਆ, ਉਹ ਇਸ ਤੋਂ ਅਲੱਗ ਹੈ।
ਰੈਂਡਮ ਐਕਸੈਸ ਮੈਮਰੀ ਤੋਂ ਡਾਟਾ ਇਹਨੂੰ ਜਾਊਗਾ, ਇਹ ਕੰਮ ਕਰਕੇ ਰਿਜ਼ਲਟ ਰੈਮ 'ਚ ਵਾਪਸ ਲਿਆਊਗਾ। ਕੰਪਿਊਟਰ ਦੀ ਇੱਕ ਮੈਮਰੀ ਹੋਰ ਹੈ ਨਾ ਜਿਹਨੂੰ ਆਪਾਂ ਕਹਿੰਦੇ ਰੈਮ, ਉਹ ਇਹ ਨਹੀਂ ਹੈ, ਇਹ ਇਸ ਤੋਂ ਇਲਾਵਾ ਆ। ਇਹ ਕੰਪਿਊਟਰ ਦੀ ਆਪਣੀ ਜਿੱਥੇ ਪ੍ਰੋਸੈਸਿੰਗ ਕਰਨੀ ਹੈ ਉਹ ਮੈਮਰੀ ਹੈ। ਰੈਂਡਮ ਐਕਸੈਸ ਮੈਮਰੀ ਖੁੱਲੀ ਮੈਮਰੀ ਹੈ, ਜਗ੍ਹਾ ਵੱਧ ਹੈ। ਜਿਵੇਂ ਮੈਂ ਇਸ ਤਰ੍ਹਾਂ ਗੱਲ ਕਰਾਂ ਕਿ ਆਪਾਂ ਨੇ ਇੱਕ ਸੀ ਲੈਂਗੁਏਜ ਦੇ ਵਿੱਚ ਪ੍ਰੋਗਰਾਮ ਲਿਖ ਲਿਆ, ਸੀ 'ਚ ਕੋਈ ਪ੍ਰੋਗਰਾਮ ਲਿਖ ਲਿਆ, ਉਸ ਪ੍ਰੋਗਰਾਮ ਦੀਆਂ ਮੰਨ ਲਓ 100 ਲਾਈਨਾਂ ਨੇ, 100 ਸਟੇਟਮੈਂਟਾਂ ਨੇ, 100 ਇੰਸਟਰਕਸ਼ਨਾਂ ਨੇ ਮੰਨ ਲਓ। ਜਦੋਂ ਅਸੀਂ ਪ੍ਰੋਗਰਾਮ ਟਾਈਪ ਕਰਦੇ ਹਾਂ ਸਾਰਾ 100 ਲਾਈਨਸ ਦਾ, 100 ਤੋਂ ਜ਼ਿਆਦਾ ਵੀ ਹੋ ਸਕਦਾ, 100 ਮੈਂ ਇੱਕ ਐਗਜ਼ਾਮਪਲ ਲਈ, ਘੱਟ ਵੀ ਹੁੰਦਾ। ਆਪਾਂ ਬਣਾਏ ਨੇ ਪ੍ਰੋਗਰਾਮ 15-20 ਲਾਈਨਾਂ ਦੇ ਪ੍ਰੋਗਰਾਮ ਸੀਗੇ। ਤੋ ਜਦੋਂ ਆਪਾਂ ਪ੍ਰੋਗਰਾਮ ਟਾਈਪ ਕੀਤਾ, ਉਹ ਪ੍ਰੋਗਰਾਮ ਸਾਰਾ ਰੈਂਡਮ ਐਕਸੈਸ ਮੈਮਰੀ ਵਿੱਚ ਆਪਾਂ ਟਾਈਪ ਕਰਨਾ। ਇਹਦੀ ਇੰਨੀ ਕੈਪੈਸਿਟੀ ਨਹੀਂ ਹੈਗੀ ਕਿ 100 ਲਾਈਨਾਂ 'ਚ ਆ ਜਾਣ। ਜਦੋਂ ਕੰਪਿਊਟਰ ਨੂੰ ਆਪਾਂ ਰਨ ਕਮਾਂਡ ਦਿੱਤੀ ਤਾਂ ਕੰਪਿਊਟਰ ਇੱਥੋਂ ਉਹਨੂੰ, ਜਿਵੇਂ ਟੋਕਾ ਕੱਟਣ ਦੀ ਮਸ਼ੀਨ ਨੂੰ ਟੋਕਾ ਇੱਕਦਮ ਸਾਰਾ ਇਕੱਠਾ ਨਹੀਂ ਪਾ ਦਿੰਦੇ ਹੈਗੇ, ਜਿੰਨੀ ਕੁ ਉਹਦੇ ਅੰਦਰ ਟਾਪਾ, ਜਿੰਨੀ ਕੁ ਜਗ੍ਹਾ ਹੈਗੀ ਉਹਨਾਂ ਟੋਕਰਾ ਪਾਤਾ। ਜਦੋਂ ਉਧਰੋਂ ਮਸ਼ੀਨ ਚੱਲਦੀ ਪਈ ਆ, ਉਹਨੇ ਚੱਕੀ ਜਾਣੀ ਹੈ, ਪ੍ਰੋਸੈਸਿੰਗ ਹੋਈ ਜਾਣੀ ਹੈ, ਟੋਕਾ ਕੱਟੀ ਜਾਣਾ ਹੈ। ਉਸ ਤੋਂ ਬਾਅਦ ਫਿਰ ਅਗਲਾ ਸਟੈਪ ਹੋਰ ਹੈ। ਫਿਰ ਆਪਾਂ ਜਦੋਂ ਮੁੱਕਦਾ ਵੀ ਹਾਂ ਟਾਪਾ ਘੱਟ ਗਿਆ, ਉਹਦੇ 'ਚ ਟੋਕਾ ਕੱਟਿਆ ਗਿਆ, ਅਗਲਾ ਹੋਰ ਸਟੈਪ ਆਪਾਂ ਅੱਗੇ ਹੋਰ ਇੱਕ ਰੁੱਗ ਪਾ ਦਿੰਦੇ ਹਾਂ। ਰੁੱਗ ਪਾਇਆ, ਉਹਨੇ ਉਹ ਕੱਟਣ ਲੱਗਿਆ, ਕਟਿੰਗ ਹੋਈ ਜਾ ਰਹੀ ਹੈ, ਆਪਾਂ ਫਿਰ ਰੁੱਗ ਪਾਈ ਜਾਂਦੇ ਹਾਂ, ਕਟਿੰਗ ਹੋਈ ਜਾ ਰਹੀ ਹੈ। ਇੱਦਾਂ ਇੱਥੇ ਸਾਰਾ ਸਾਡਾ ਮਸ਼ੀਨ 'ਚ ਹੈ, ਜਿਹੜਾ ਆਪਾਂ ਕੰਮ ਕੰਪਿਊਟਰ ਤੋਂ ਕਰਵਾਉਣਾ ਆ, ਉਹ ਸਾਰਾ ਕੰਮ ਇੱਥੇ ਪਿਆ। ਇੱਥੇ ਆਪਾਂ ਭੇਜਾਂਗੇ ਉਹਨਾਂ ਜਿੰਨਾ ਕਿ ਇਹਦੀ ਕੈਪੈਸਿਟੀ ਆ, ਇੰਨਾ ਕਿ ਭੇਜਿਆ ਉਹਨੇ, ALU ਨੇ ਹੱਲ ਕਰਤਾ। ਫਿਰ ਆਪਾਂ ਅਗਲਾ ਭੇਜਾਂਗੇ, ਅਗਲਾ ਹੱਲ ਕਰ ਦੂਗਾ, ਅਗਲਾ ਭੇਜਾਂਗੇ, ਅਗਲਾ ਹੱਲ ਕਰ ਦੂਗਾ। ਇਸ ਤਰ੍ਹਾਂ ਅਸੀਂ ਜਿੰਨੀ ਉਹਦੀ ਕੈਪੈਸਿਟੀ ਹੈ ਇਸ ਮੈਮਰੀ ਨੂੰ ਭਰੀ ਚੱਲਾਂਗੇ, ਇੱਥੋਂ ਉਹ ਹੱਲ ਕਰੀ ਚੱਲੂਗਾ। ਤਾਂ ਕੰਪਿਊਟਰ ਦੀ ਵਰਕਿੰਗ ਇਸ ਤਰ੍ਹਾਂ ਦੀ ਹੈ ਕਿ ਕੰਪਿਊਟਰ ਨੂੰ ਜਿੰਨੀਆਂ ਇੰਸਟਰਕਸ਼ਨ, ਜਿਵੇਂ ਮੈਂ ਇੱਕ ਕਿਹਾ ਸੀ ਨਾ, ਕਹਿੰਦੇ 100 ਲਾਈਨਸ ਇਹ 'ਚ ਆਪਾਂ ਪਾਤੀਆਂ, 100 ਦੇ ਵਿੱਚੋਂ ਇੱਥੇ 2 ਲਾਈਨਾਂ ਜਾਂ 1 ਲਾਈਨ ਗਈ, ਹੱਲ ਕਰਤੀ, ਅਗਲੀ ਨਾਲ ਫਿਰ ਗਈ, ਹੱਲ ਕਰਤੀ, ਅਗਲੀ ਫਿਰ ਗਈ, ਹੱਲ ਕਰੀ ਗਿਆ। ਜਿਵੇਂ ਸਟੇਟਮੈਂਟਾਂ ਸਾਰੀਆਂ ਮੁੱਕ ਜਾਣਗੀਆਂ, ਤਿਵੇਂ ਸਾਰਾ ਕੰਮ ਚੱਲੀ ਜਾਣਾ। ਜਦੋਂ ਸਟੇਟਮੈਂਟਾਂ ਸਾਰੀਆਂ ਹੱਲ ਹੋ ਗਈਆਂ, ਪ੍ਰੋਗਰਾਮ ਫਿਨਿਸ਼। ਤਾਂ ਇਹ ਸਾਨੂੰ ਨਹੀਂ ਪਤਾ, ਸਾਰਾ ਕੁਝ ਬੈਕਗ੍ਰਾਉਂਡ ਤੇ ਪਰਦੇ ਦੇ ਪਿੱਛੇ ਹੁੰਦਾ। ਆਪਾਂ ਤਾਂ ਰਨ ਕਮਾਂਡ ਦਿੰਦੇ ਆ, ਇੱਥੋਂ ਉੱਥੇ ਇੰਸਟਰਕਸ਼ਨਾਂ ਜਾਣੀਆਂ ਨੇ, ਹੱਲ ਕਰਨੀਆਂ ਨੇ, ਫਿਰ ਜਿਹੜਾ ਰਿਜ਼ਲਟ ਵਾਪਸ ਆਉਣਾ ਆ, ਸਾਨੂੰ ਆਊਟਪੁੱਟ ਮਿਲ ਜਾਂਦਾ ਜਿਵੇਂ ਆਪਾਂ ਲੈਣਾ ਹੈ। ਬਟ ਬੈਕਗ੍ਰਾਉਂਡ ਤੇ ਇਦਾਂ ਕੰਮ ਹੁੰਦਾ। ਕੰਪਿਊਟਰ ਦੀ ਜਿਹੜੀ ਵਰਕਿੰਗ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਰੈਮ ਤੋਂ ਡਾਟਾ ALU ਜਾਣਾ, ALU ਹੱਲ ਕਰਕੇ ਰਿਜ਼ਲਟ ਹੁੰਦਾ ਹੈ। ਇਹ ਛੋਟੀ ਜਿਹੀ ਗੱਲ ਸੀਗੀ ਇੱਕ ਕੰਪਿਊਟਰ ਦੀ ਪ੍ਰੋਸੈਸਿੰਗ ਦੇ ਬਾਰੇ। ਇੱਕ ਨਾ ਜਿਹੜੇ ਇੱਥੇ ਰਜਿਸਟਰ ਨੇ, ਇਹਨਾਂ ਦੀਆਂ ਟਾਈਪਸ ਨੂੰ ਆਪਾਂ ਸਟੱਡੀ ਕਰਨਾ ਹੈ। ਮੈਂ ਇਹ ਡਿਲੀਟ ਕਰ ਦਿੰਦਾ, ਸਾਰਾ ਕੁਝ ਕਲੀਅਰ ਕਰ ਦਿੰਦਾ। ਰਜਿਸਟਰ ਕੀ ਹੁੰਦਾ ਉਹਦੇ ਬਾਰੇ, ਜਿਹੜੀ ਰਜਿਸਟਰ ਕੀ ਹੈ, ਇਹ ਕੰਪਿਊਟਰ ਦੇ ਪ੍ਰੋਸੈਸਰ ਦਾ ਪਾਰਟ ਹੈ। ਰਜਿਸਟਰ ਨੂੰ ਆਪਾਂ ਐ ਲਿਖ ਦਿੰਦੇ ਹਾਂ, ਰਜਿਸਟਰਸ ਆਰ ਹਾਈ ਸਪੀਡ ਸਟੋਰੇਜ ਏਰੀਆ, ਹਾਈ ਸਪੀਡ ਸਟੋਰੇਜ ਏਰੀਆ, ਸਟੋਰੇਜ ਏਰੀਆ ਇਨ CPU, CPU ਦੇ ਅੰਦਰ ਹੈ। ਜਿਹੜਾ ਡਾਟਾ ਕੰਪਿਊਟਰ ਨੇ ਪ੍ਰੋਸੈਸ ਕਰਨਾ ਆ, ਉਹ ਡਾਟਾ ਪਹਿਲਾਂ ਰਜਿਸਟਰ 'ਚ ਜਾਣਾ ਆ, ਤਾਂ ਪ੍ਰੋਸੈਸਰ ਹੱਲ ਕਰੂਗਾ। All data to be processed is sent into registers। ਯਾਨੀ ਜਿਵੇਂ ਮੈਂ ਪਹਿਲਾਂ ਡਾਇਗਰਾਮ ਦੱਸਿਆ ਵੀ ਪ੍ਰੋਸੈਸਰ ਨੇ ਹੱਲ ਕਰਨਾ ਆ, ਰੈਮ ਤੋਂ ਡਾਟਾ ਰਜਿਸਟਰ 'ਚ ਚਲੇ ਜਾਣਾ ਆ, ਰਜਿਸਟਰਸ ਤੋਂ ਜਾਊਗਾ, ਉਸ ਤੋਂ ਬਾਅਦ ਹੀ ਪ੍ਰੋਸੈਸਿੰਗ ਚੱਲੂਗੀ, ਤਦੀ CPU ਹੱਲ ਕਰੂਗਾ, ਤਦੀ ALU ਨੂੰ ਕੈਲਕੂਲੇਸ਼ਨ ਕਰਕੇ ਉਹਦਾ ਰਿਜ਼ਲਟ ਬਣਾਊਗਾ। ਤੋ ਜਿਹੜੇ ਰਜਿਸਟਰਸ ਨੇ ਉਹਨੂੰ ਕਿਸਮਾਂ 'ਚ ਵੰਡਦੇ ਆ। ਇੱਕ ਹੁੰਦੇ ਨੇ MAR, ਇਹਦੀ ਫੁੱਲ ਫਾਰਮ ਹੈ ਮੈਮਰੀ ਐਡਰੈਸ ਰਜਿਸਟਰ, ਮੈਮਰੀ ਐਡਰੈਸ ਰਜਿਸਟਰ। ਆਪਾਂ ਨੂੰ ਤਾਂ ਵੇਰੀਏਬਲ ਦੇ ਨਾਮ ਦਾ ਪਤਾ ਹੁੰਦਾ ਹੈ ਕਿ ਮੇਰਾ ਡਾਟਾ ਇਹ ਵੇਰੀਏਬਲ ਦੇ ਵਿੱਚ ਪਿਆ। ਇਹ ਨਾਮ ਆਪਾਂ ਆਪਣੇ ਸਹੂਲਤ ਵਾਸਤੇ ਰੱਖੇ ਹੋਏ ਨੇ, ਆਪਾਂ ਨੂੰ ਰੱਖਣ ਵਾਸਤੇ ਪ੍ਰੋਵੀਜ਼ਨ ਮਿਲ ਜਾਂਦੀ ਹੈ ਪ੍ਰੋਗਰਾਮਿੰਗ ਲੈਂਗੁਏਜਸ ਦੇ ਵਿੱਚ। ਜਦੋਂ ਮੈਂ ਕੰਪਿਊਟਰ ਨੂੰ ਕਹਤਾ ਕਿ ਇਹ ਇੱਕ ਵੇਰੀਏਬਲ ਬਣੇ, ਉਹਦੀ ਵੈਲਿਊ 20 ਬਣ ਜਾਵੇ,
इस तरह स्टेटमेंट देना सी च ਤਾਂ ਇਹ ਐਕਚੁਅਲੀ ਮੈਮਰੀ ਵਿੱਚ ਕੋਈ ਲੋਕੇਸ਼ਨ ਹੈ, ਉਸ ਲੋਕੇਸ਼ਨ ਦਾ ਕੋਈ ਐਡਰੈਸ ਹੈ, ਉਹ ਐਡਰੈਸ ਇਹ ਨਹੀਂ ਰੱਖਣਾ ਹੈ। ਜਦੋਂ ਮੈਂ ਕੰਪਿਊਟਰ ਨੂੰ ਕਹੂੰਗਾ ਇਹ ਬਾਬੜਾ 20 ਤਾਂ ਉਹ 20 ਸਟੋਰ ਕਿੱਥੇ ਕਰੇ? ਮੈਮਰੀ ਐਡਰੈਸ ਇਹਦੇ ਵਿੱਚ ਉਹਨੂੰ ਪਤਾ ਹੋਊਗਾ ਵੀ ਇਸ ਲੋਕੇਸ਼ਨ ਤੇ ਇਹ ਵੇਰੀਏਬਲ ਦੀ ਜਗ੍ਹਾ ਹੈ, ਉਸ ਲੋਕੇਸ਼ਨ ਤੇ ਜਾ ਕੇ ਉਹ ਵੈਲਿਊ ਸਟੋਰ ਕਰ ਦਿੰਦਾ ਹੈ। ਯਾਨੀ ਇੰਟਰਨਲੀ ਕੰਪਿਊਟਰ ਨੂੰ ਐਡਰੈਸਾਂ ਦਾ ਪਤਾ ਹੈ, ਵੇਰੀਏਬਲ ਦੇ ਨਾਮਾਂ ਦਾ ਨਹੀਂ ਪਤਾ ਹੈਗਾ। ਤੋ ਕਿਹੜੇ ਡਾਟਾ ਨੂੰ ਕਿਸ ਐਡਰੈਸ ਤੇ ਰੱਖਣਾ ਹੈ, ਉਹ ਐਡਰੈਸਸ ਇਸ ਲੋਕੇਸ਼ਨ ਤੇ ਪਏ ਨੇ। ਮੈਮਰੀ ਐਡਰੈਸ ਰਜਿਸਟਰ ਕੀ ਹੈ? ਇਟ ਹੋਲਡਸ ਦੀ ਮੈਮਰੀ ਲੋਕੇਸ਼ਨ ਆਫ ਦੀ ਡਾਟਾ ਟੂ ਬੀ ਐਕਸੈਸਡ, ਯਾਨੀ ਕਿ ਜਿਹੜਾ ਡਾਟਾ ਐਕਸੈਸ ਕਰਨਾ ਹੈ ਉਸ ਡਾਟੇ ਦਾ ਐਡਰੈਸ ਇੱਥੇ ਪਿਆ। ਇਸ ਤਰ੍ਹਾਂ ਹੀ ਇੱਕ ਹੋਰ ਰਜਿਸਟਰ ਦੀ ਟਾਈਪ ਆ, ਉਹਨੂੰ ਕਹਿੰਦੇ ਆ MDR। MDR ਦੀ ਫੁੱਲ ਫਾਰਮ ਹੈ ਮੈਮਰੀ ਡਾਟਾ ਰਜਿਸਟਰ। ਮੈਮਰੀ ਡਾਟਾ ਰਜਿਸਟਰ ਜਿਹਦੇ ਵਿੱਚ ਐਕਚੁਅਲ ਡਾਟਾ ਪਿਆ, ਆਪਾਂ ਵੇਰੀਏਬਲ ਬਣਾ ਲਿਆ, ਉਹ ਵੇਰੀਏਬਲ ਸਟੋਰ ਦਾ ਰੈਮ 'ਚ ਹੋਇਆ, ਜਦੋਂ ਨੇ ਕੈਲਕੂਲੇਸ਼ਨ ਵਾਸਤੇ ਪ੍ਰੋਸੈਸਿੰਗ ਵਾਸਤੇ ਭੇਜਣਾ ਆ ਤਾਂ ਫਿਰ ਇੱਥੋਂ ਵੇਰੀਏਬਲ ਤੋਂ ਉਹ ਡਾਟਾ ਮੈਮਰੀ ਰਜਿਸਟਰ 'ਚ ਜਾਊਗਾ, ਜਿੱਥੇ ਡਾਟਾ ਪਿਆ ਇਹ ਉਹ ਰਜਿਸਟਰ ਹੈ। ਇੱਕ PC, ਇਹ ਵੀ ਰਜਿਸਟਰ ਦਾ ਨਾਮ ਹੈ। PC ਦੀ ਫੁੱਲ ਫਾਰਮ ਹੈ ਪ੍ਰੋਗਰਾਮ ਕਾਊਂਟਰ। PC ਇਹ ਵੀ ਰਜਿਸਟਰ ਹੈ। ਸਟੇਟਮੈਂਟਾਂ ਇੱਕ ਸਟੇਟਮੈਂਟ ਨੂੰ ਕੰਪਿਊਟਰ ਹੱਲ ਕਰਦਾ। ਆਪਾਂ ਨੇ ਇਸ ਪ੍ਰੋਗਰਾਮ 'ਚ 100 ਸਟੇਟਮੈਂਟਾਂ ਲਿਖਤੀਆਂ, ਐ ਨਹੀਂ ਹੈਗਾ ਕੰਪਿਊਟਰ 100 ਇਕੱਠੀਆਂ ਹੱਲ ਕਰ ਦਊਗਾ। ਪਹਿਲਾਂ ਇੱਕ ਹੱਲ ਕਰੂਗਾ, ਫਿਰ ਦੂਜੀ, ਫਿਰ ਤੀਜੀ, ਫਿਰ ਚੌਥੀ, 1 by 1 ਹੱਲ ਕਰਦਾ ਆ। ਉਹਦੀ ਸਪੀਡ ਇੰਨੀ ਜ਼ਿਆਦਾ ਆਪਾਂ ਨੂੰ ਐ ਲੱਗਦਾ ਜਿਵੇਂ ਉਹਨੇ ਇਕੱਠੇ ਹੀ ਹੱਲ ਕਰਦਾ। ਜਿਹੜੀ ਸਟੇਟਮੈਂਟ ਹੱਲ ਕਰਨੀ ਹੈ, ਮੈਂ ਜਿਵੇਂ ਪਹਿਲਾਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਮਟੇ ਦੀ ਕਿ 100 ਲਾਈਨਾਂ ਦਾ ਇੱਕ ਪ੍ਰੋਗਰਾਮ ਲਿਖ ਲਿਆ, 100 ਲਾਈਨਾਂ ਰੈਮ 'ਚ ਪਈਆਂ ਨੇ। ਜਦੋਂ ਆਪਾਂ ਰਨ ਕਮਾਂਡ ਦਿੰਦੇ ਹਾਂ ਤਾਂ ਇੱਥੋਂ ਉਹ ਇੱਕ ਸਟੇਟਮੈਂਟ ਭੇਜੂਗਾ ਉੱਪਰ CPU ਨੂੰ ਵੀ ਆ ਮੇਰੀ ਸਟੇਟਮੈਂਟ ਹੱਲ ਕਰ। ਇੱਕ ਭੇਜੂਗਾ ਜਾਂ ਦੋ ਭੇਜੂਗਾ, ਡਿਪੈਂਡ ਕਰਦਾ ਉਹਦੀ ਕਿੰਨੀ ਕੁ ਕੈਪੈਸਿਟੀ ਹੈ ਅੰਦਰ ਮੈਮਰੀ ਦੀ। ਤਾਂ ਉਹਨੇ ਇੱਕ ਸਟੇਟਮੈਂਟ ਭੇਜੀ, ਹੁਣ ਐ ਨਹੀਂ ਹੈਗਾ ਵੀ ਉਹ ਹੱਲ ਹੋਣ ਤੋਂ ਬਾਅਦ ਦੂਜੀ ਭੇਜੂਗਾ। ਇੱਕ ਸਟੇਟਮੈਂਟ ਹੱਲ ਹੋਣ ਲੱਗੀ ਜੇ ਦੂਜੀ ਭੇਜ ਦੂਗਾ ਨਾਲੇ, ਤਾਂ ਕਿ ਉਹਨੂੰ ਟਾਈਮ ਵੇਟ ਨਾ ਕਰਨਾ ਪਵੇ। ਜਿਵੇਂ ਮੰਨ ਲਓ ਕਿ ਟੋਕੇ ਦੀ ਮਸ਼ੀਨ ਹੀ ਹੈ, ਮੈਂ ਉਹਦੀ ਐਗਜ਼ਾਮਪਲ ਪਹਿਲਾਂ ਦਿੱਤੀ ਸੀ। ਟੋਕੇ ਦੀ ਮਸ਼ੀਨ ਨੇ ਕਟਿੰਗ ਕਰਤੀ, ਕਟਿੰਗ ਕਰਨ ਤੋਂ ਬਾਅਦ ਐ ਨਹੀਂ ਹੈਗਾ ਵੀ ਅਗਲਾ ਉਹ ਕਟਿੰਗ ਤੋਂ ਬਾਅਦ ਦੂਜਾ ਨਵਾਂ ਫੇਰ ਆਊਗਾ, ਉਹ ਨਾਲ ਹੀ ਤਿਆਰ ਅਗਲੀ ਸਟੇਟਮੈਂਟ ਅਗਲਾ ਮਸ਼ੀਨ ਅਗਲਾ ਜਿਹਨੂੰ ਟੁਕਣਾ ਆ ਅੱਗੇ ਤਿਆਰ ਹੈ। ਟੋਕੇ ਦੀ ਮਸ਼ੀਨ ਨਹੀਂ ਵਿਹਲੀ ਜਾਂਦੀ ਹੈਗੀ, ਉਹ ਚੱਲੀ ਜਾਂਦੀ, ਨਵਾਂ ਟੋਕਾ ਪਿੱਛੋਂ ਆਈ ਜਾਂਦਾ ਆ। ਤਾਂ ਇਦਾਂ ਹੀ ਇੱਥੇ ਵੀ ਹੈ ਕਿ ਰੈਮ ਦੇ ਵਿੱਚ ਪ੍ਰੋਗਰਾਮ ਦੀਆਂ 100 ਲਾਈਨਾਂ ਨੇ, ਜਿੰਨੀ ਇਹਦੀ ਕੈਪੈਸਿਟੀ ਉਹਨੇ ਉਨੀ ਲਾਈਨਾਂ ਭੇਜਣੀਆਂ ਨੇ। ਉਹ ਪ੍ਰੋਗਰਾਮ ਦੀਆਂ ਲਾਈਨਾਂ ਕੱਲੀ ਜਾਈ ਜਾਊਗੀ, ਪ੍ਰੋਸੈਸਰ ਨੇ ਹੱਲ ਕਰੀ ਜਾਣੀ ਹੈ, ਕੱਟੀ ਜਾਣੀ ਹੈ। ਹੋ ਗਿਆ ਪ੍ਰੋਗਰਾਮ ਕਾਊਂਟਰ ਦਾ ਮਤਲਬ ਅਗਲੀ ਨੈਕਸਟ ਸਟੇਟਮੈਂਟ ਦਾ ਐਡਰੈਸ ਇਹ 'ਚ ਪਿਆ। ਪਹਿਲੀ ਇੱਕ ਸਟੇਟਮੈਂਟ ਹੱਲ ਕਰ ਰਿਹਾ, ਅਗਲੀ ਦਾ ਐਡਰੈਸ ਇੱਥੇ ਪਿਆ। ਤਾਂ ਇੱਕਦਮ ਉਹਨੂੰ ਪਤਾ ਹੋਊਗਾ ਵੀ ਨੈਕਸਟ ਮੈਂ ਆਹ ਸਟੇਟਮੈਂਟ ਹੱਲ ਕਰਨੀ ਹੈ। ਜਦੋਂ ਹੱਲ ਹੋਈ ਤਾਂ ਉਸ ਤੋਂ ਅਗਲੀ ਦਾ ਐਡਰੈਸ ਕਿੱਥੇ ਗਿਆ, ਉਹ ਇਹਨੇ ਨੈਕਸਟ ਸਟੇਟਮੈਂਟ ਦਾ ਐਡਰੈਸ ਇਹਦੇ ਵਿੱਚ ਚਲੇ ਜਾਂਦਾ। ਪ੍ਰੋਗਰਾਮ ਕਾਊਂਟਰ ਕੰਟੇਨਸ ਐਡਰੈਸ ਆਫ ਨੈਕਸਟ ਸਟੇਟਮੈਂਟ। ਇਹਦਾ ਕੰਮ ਕੀ ਹੈ? ਦਿਸ ਇਜ਼ ਟੂ ਸਟੋਰ ਐਡਰੈਸ ਆਫ ਨੈਕਸਟ ਸਟੇਟਮੈਂਟ। To be executed. ਜਿਹੜਾ ALU ਹੈ CPU ਦੇ ਵਿੱਚ, ਉਹਦਾ ਕੰਮ ਸਿਰਫ ਕੈਲਕੂਲੇਸ਼ਨ ਕਰਨਾ ਹੀ ਆ। ਉਹਨੇ ਕੈਲਕੂਲੇਸ਼ਨਾਂ ਵੀ ਕਰਨੀਆਂ ਨੇ ਤੇ ਨਾਲੇ ਉਹਨੇ ਕੰਪੈਰੀਜ਼ਨ ਵੀ ਕਰਨਾ ਹੈ। ਕੈਲਕੂਲੇਸ਼ਨਸ ਐਂਡ ਕੰਪੈਰੀਜ਼ਨਸ। ਕੈਲਕੂਲੇਸ਼ਨ ਜਾਂ ਕੰਪੈਰੀਜ਼ਨ ਕਰਨ ਵਾਸਤੇ ਡਾਟਾ ਇਹਨਾਂ ਰਜਿਸਟਰਾਂ ਦੇ ਵਿੱਚ ਪਿਆ ਹੈ। ਡਾਟਾ ਕਿੱਥੇ ਪਿਆ, ਡਾਟਾ ਕੀ ਪਿਆ, ਨੈਕਸਟ ਸਟੇਟਮੈਂਟ ਕਿਹੜੀ ਹੈ। ਇੱਕ ਇਹਦੇ ਵਿੱਚ ਹੋਰ ਛੋਟਾ ਜਿਹਾ ਕਨਸੈਪਟ ਹੈ, ਛੋਟੀ ਜਿਹੀ ਹਾਰਡਵੇਅਰ ਆਈਟਮ ਹੈ ਅੰਦਰ, ਉਹਨੂੰ ਆਪਾਂ ਕਹਿੰਦੇ ਹਾਂ ਬੱਸ। BUS ਬੱਸ ਟਰਾਂਸਪੋਰਟੇਸ਼ਨ ਵਾਸਤੇ ਜਿਵੇਂ ਯੂਜ਼ ਕਰਦੇ ਆ, ਇਦਾਂ ਹੀ
ਡਾਟੇ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲਿਜਾਣ ਦਾ ਕੰਮ ਬੱਸ ਦਾ ਆ। ਬੱਸਸ are to transport data from one part of computer to another. ਬੱਸਸ ਨੂੰ ਵੀ ਆਪਾਂ ਤਿੰਨ ਕਿਸਮਾਂ 'ਚ ਵੰਡਦੇ ਹਾਂ। ਇੱਕ ਹੁੰਦੀ ਹੈ ਕੰਟਰੋਲ ਬੱਸ, ਇੱਕ ਹੁੰਦੀ ਹੈ ਡਾਟਾ ਬੱਸ, ਇੱਕ ਹੁੰਦੀ ਹੈ ਐਡਰੈਸ ਬੱਸ। ਐਡਰੈਸ ਬੱਸ ਦਾ ਕੰਮ ਕੀ ਹੈਗਾ? ਐਡਰੈਸ ਬੱਸ ਕੈਰੀਜ਼ ਐਡਰੈਸਸ ਆਫ ਡਾਟਾ। Between processor and memory. ਇਹ ਐ ਮੰਨ ਲਓ ਜਿਵੇਂ ਮੈਂ ਡਾਇਗਰਾਮ ਬਣਾਵਾਂ ਤਾਂ ਵੀ ਆਹ ਕੰਪਿਊਟਰ ਦੀ ਮੈਮਰੀ ਹੈ। ਮੈਮਰੀ ਤੋਂ ਭਾਵ ਰੈਂਡਮ ਐਕਸੈਸ ਮੈਮਰੀ, ਇਹਨੂੰ ਮੈਂ RAM ਮੈਮਰੀ ਕਹਿ ਦਿੰਦਾ। RAM ਮੈਮਰੀ ਤੋਂ ਡਾਟਾ ਪ੍ਰੋਸੈਸਰ ਦੇ ਵਿੱਚ ਜਾਣਾ ਆ ਹੱਲ ਹੋਣ ਵਾਸਤੇ। ਜਦੋਂ ਪ੍ਰੋਸੈਸਰ 'ਚ ਡਾਟਾ ਹੱਲ ਹੋਣ ਵਾਸਤੇ ਜਾਣਾ ਆ ਤਾਂ ਇੱਥੋਂ ਇੱਥੇ ਜਾਣ ਵਾਸਤੇ ਜਿਹੜੀ ਕੋਈ ਟਰਾਂਸਮਿਸ਼ਨ ਵਾਸਤੇ ਡਿਵਾਈਸ ਲੱਗੇ ਹੋਏ ਨੇ ਉਹਨੂੰ ਆਪਾਂ ਬੱਸ ਕਹਿ ਦਿੰਦੇ ਹਾਂ। ਐਡਰੈਸ ਬੱਸ ਦਾ ਕੰਮ ਹੈ ਐਡਰੈਸ ਕੈਰੀ ਕਰਨਾ ਕਿ ਇੱਥੋਂ ਡਾਟਾ ਇੱਥੇ ਚਲੇ ਗਿਆ, ਉਹ ਕਿੱਥੇ ਗਿਆ, ਉਹਦਾ ਐਡਰੈਸ ਇਹਨੇ ਭੇਜਣਾ ਪ੍ਰੋਸੈਸਰ ਨੂੰ ਵੀ। MDR 'ਚ ਡਾਟਾ ਪਹਿਲਾਂ ਆਪਾਂ ਗੱਲ ਕੀਤੀ ਨਾ ਮੈਮਰੀ MAR ਮੈਮਰੀ ਐਡਰੈਸ ਰਜਿਸਟਰ ਤੋਂ ਡਾਟਾ ਮੈਮਰੀ ਵਿੱਚ ਕਿੱਥੇ ਪਿਆ ਉਹਦੇ ਐਡਰੈਸ ਰਜਿਸਟਰ 'ਚ ਇਹਨੇ ਦੱਸਣਾ ਕਿ ਮਤਲਬ ਇਹਨੇ ਇੱਥੋਂ ਭੇਜਣਾ ਉਸ ਐਡਰੈਸ ਨੂੰ ਕਿ ਮੈਮਰੀ ਵਿੱਚ ਉਹ ਕਿਹੜੇ ਐਡਰੈਸ ਤੇ ਡਾਟਾ ਗਿਆ। ਇੱਥੇ MAR ਨੂੰ ਭਰਨ ਵਾਸਤੇ ਆਹ ਐਡਰੈਸ ਬੱਸ ਯੂਜ਼ ਹੋਊਗੀ। ਏਦਾਂ ਹੀ ਡਾਟਾ ਬੱਸ ਦੀ ਗੱਲ ਮੈਂ ਕਰਾਂ, ਕੈਰੀਜ਼ ਡਾਟਾ ਬਿਟਵੀਨ ਪ੍ਰੋਸੈਸਰ the memory unit and the input output devices. Carries data between memory comma processor and input oblique output devices. ਆਪਾਂ ਇਨਪੁਟ ਕਰਦੇ ਹਾਂ ਕੀਬੋਰਡ ਤੋਂ ਡਾਟਾ, ਉਹ RAM 'ਚ ਗਿਆ, RAM ਤੋਂ ਇੱਧਰ ਗਿਆ, ਉਹ ਡਾਟੇ ਨੂੰ ਟਰਾਂਸਪੋਰਟੇਸ਼ਨ ਕਰਨ ਵਾਸਤੇ ਜਿਹੜਾ ਡਿਵਾਈਸ ਯੂਜ਼ ਹੁੰਦਾ ਉਹਨੂੰ ਆਪਾਂ ਡਾਟਾ ਬੱਸ ਕਹਿ ਦਿੰਦੇ ਹਾਂ। One is control bus. ਇੰਸਟਰਕਸ਼ਨਾਂ ਕਿ ਆਹ ਕੰਮ ਕਰਨਾ ਹੈ, ਇੰਸਟਰਕਸ਼ਨਸ ਨੂੰ ਕੈਰੀ ਕਰਨ ਵਾਸਤੇ ਇੰਸਟਰਕਸ਼ਨ ਆਪਾਂ RAM 'ਚ ਪਾਈ, ਉਹ ਇੰਸਟਰਕਸ਼ਨ RAM ਤੋਂ ਪ੍ਰੋਸੈਸਰ ਨੂੰ ਜਾਊਗੀ ਤਾਂ ਪ੍ਰੋਸੈਸਰ ਕੰਮ ਕਰੂਗਾ। तो इंस्ट्रक्शंस ਨੂੰ कैरी करने वास्ते जो डिवाइस यूज होंगे इंस्ट्रक्शन या कंट्रोल बस कह दीए। कैरीज सिग्नल्स जिन्हों पढ़ के कंप्यूटर ने काम करना है फ्रॉम मेमोरी टू प्रोसेसर। मेमोरी तो प्रोसेसर ਨੂੰ सिग्नल भेजने वास्ते ਜਿਹੜਾ ਡਿਵਾਈਸ ਯੂਜ਼ ਹੁੰਦਾ ਉਹਨੂੰ ਆਪਾਂ ਕੰਟਰੋਲ ਬੱਸ ਕਹਿ ਦਈਏ। ਇਹ ਛੋਟੇ ਛੋਟੇ ਟਰਮਸ ਹੀ ਨੇ, ਬੱਸ ਕੀ ਹੁੰਦੀ ਹੈ ਤੇ ਰਜਿਸਟਰ ਕੀ ਨੇ।
CACHE कैश मेमोरी बोलते, कैश मेमोरी है चाहे कैच मेमोरी कह लो, कैश मेमोरी। ਪੁਰਾਣੇ ਕੰਪਿਊਟਰ ਦੇ ਵਿੱਚ ਸਿੱਧੇ ਹੁੰਦਾ ਸੀ, ਕੰਪਿਊਟਰ ਦੀ ਰੈਮ ਹੈ ਤੇ CPU ਹੈ, ਇਹ ਮੈਮਰੀ ਹੁੰਦੀ ਨਹੀਂ ਸੀਗੀ। ਉਦੋਂ ਕੰਪਿਊਟਰ ਦੀ ਸਪੀਡ ਘੱਟ ਹੁੰਦੀ ਸੀ, ਹੁਣ ਹਰ ਕੰਪਿਊਟਰ 'ਚ ਹੁੰਦੀ ਹੈ। ਜਿੱਦਾਂ ਮੰਨ ਲਓ ਆ ਰੈਮ ਮੈਮਰੀ ਹੈ, ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਆ ਪ੍ਰੋਸੈਸਰ ਹੈ। ਰੈਮ ਮੈਮਰੀ ਦੇ ਵਿੱਚ ਅਸੀਂ ਇਨਸਟਰਕਸ਼ਨਾਂ ਜਿਹੜੀਆਂ ਹੱਲ ਕਰਵਾਉਣੀਆਂ ਨੇ ਉਹ ਸੈਂਡ ਕਰਤੀਆਂ, ਪ੍ਰੋਗਰਾਮ ਲਿਖ ਲਿਆ, ਰੈਮ 'ਚ ਪਿਆ, ਇਹ ਹੱਲ ਹੋਣਾ ਹੈ। ਇੰਨਾ ਹੀ ਨਹੀਂ, MS ਵਰਡ ਆਪਾਂ ਖੋਲ ਲਈ, ਜਾਂ ਹੁਣ ਇਸ ਟਾਈਮ ਵਰਡ ਖੁੱਲੀ ਹੋਈ ਆ, ਜਾਂ ਕੋਈ ਵੀ ਚਾਹੇ ਆਪਾਂ ਕੋਈ ਮਿਊਜ਼ਿਕ ਓਪਨ ਕਰ ਲਿਆ, ਤਾਂ ਜਿਹੜੀ ਵੀ ਆਪਾਂ ਕੋਈ ਐਪਲੀਕੇਸ਼ਨ ਸਟਾਰਟ ਕਰਦੇ ਹਾਂ, ਉਹ ਐਪਲੀਕੇਸ਼ਨ ਆਪਣੇ ਆਪ ਦੇ ਵਿੱਚ ਇੱਕ ਪ੍ਰੋਗਰਾਮ ਹੈ। ਮੈਂ ਐਗਜ਼ਾਮਪਲ ਐਕਸਲ ਦੀ ਲੈ ਲੈਂਦਾ। ਆਪਾਂ ਐਕਸਲ ਖੋਲੀ, ਐਕਸਲ ਜਦੋਂ ਬੰਦ ਹੈ ਤਾਂ ਉਦੋਂ ਐਕਸਲ ਕਿੱਥੇ ਪਈ ਆ? ਹਾਰਡ ਡਿਸਕ 'ਚ। ਕੰਪਿਊਟਰ ਦੀ ਹਾਰਡ ਡਿਸਕ ਦੇ ਵਿੱਚ ਬਹੁਤ ਸਾਰੀਆਂ ਐਪਲੀਕੇਸ਼ਨਸ ਆਪਾਂ ਇੰਸਟਾਲ ਕੀਤੀਆਂ ਹੋਈਆਂ ਨੇ, ਚਾਹੇ ਐਕਸਲ ਹੈ, ਚਾਹੇ ਪੇਂਟ ਹੈ, ਚਾਹੇ ਨੋਟਪੈਡ ਹੈ, ਚਾਹੇ ਕੈਲਕੂਲੇਟਰ ਹੈ, ਚਾਹੇ ਵਰਡ ਹੈ, ਚਾਹੇ XYZ ਜਿੰਨੇ ਮਰਜ਼ੀ ਨੇ। ਜਦੋਂ ਅਸੀਂ ਕੋਈ ਐਪਲੀਕੇਸ਼ਨ ਓਪਨ ਕਰਦੇ ਹਾਂ, ਸਟਾਰਟ ਬਟਨ ਤੇ ਕਲਿੱਕ ਕੀਤਾ, ਲਿਸਟ ਆ ਗਈ, ਉਹ ਪੁੱਛਦਾ ਕਿ ਕਿਹੜੀ ਐਪ ਸਟਾਰਟ ਕਰਨੀ ਆ। ਆਪਾਂ ਕੋਈ ਐਪ ਚੂਜ਼ ਕਰਕੇ ਐਂਟਰ ਦਬਦੇ ਆ, ਉਹ ਐਪਲੀਕੇਸ਼ਨ ਹਾਰਡ ਡਿਸਕ ਦੇ ਵਿੱਚ ਪਈ ਹੈ, ਮੀਨਸ ਉਹ ਇੱਕ ਪ੍ਰੋਗਰਾਮ ਪਿਆ ਹਾਰਡ ਡਿਸਕ ਦੇ ਵਿੱਚ, ਉਹ ਕੰਪਿਊਟਰ ਦੀ ਰੈਮ 'ਚ ਆ ਜਾਂਦਾ ਹੈ। ਹੁਣ ਉਹ ਪ੍ਰੋਗਰਾਮ ਦੀਆਂ ਜਿਹੜੀਆਂ ਇਨਸਟਰਕਸ਼ਨਾਂ ਨੇ ਰੈਮ 'ਚ ਆ ਗਈਆਂ। ਪ੍ਰੋਗਰਾਮ ਦੇ ਵਿੱਚ ਜਿੰਨੀਆਂ ਵੀ ਸਟੇਟਮੈਂਟਾਂ ਨੇ, ਉਹ ਜਿਹੜਾ ਐਕਸਲ ਹੈ ਨਾ, ਉਹਦੇ ਵਿੱਚ ਕੀ ਹੈ, ਮੈਨੀ ਮੋਡਿਊਲਸ ਨੇ। ਜਦ ਤੁਸੀਂ ਐਕਸਲ ਦੇ ਵਿੱਚ ਫਾਈਲ ਦੀ ਓਪਨ ਕਮਾਂਡ ਦਿੰਦੇ ਹੋ, ਦੈਨ ਇੱਕ ਪ੍ਰੋਗਰਾਮ ਚੱਲ ਗਿਆ। ਜੇ ਤੁਸੀਂ ਐਕਸਲ ਦੇ ਵਿੱਚ ਕਿਤੇ ਕੋਈ ਡਾਟਾ ਟਾਈਪ ਕਰਕੇ ਐਂਟਰ ਦਬਦੇ ਹੋ, ਦੈਨ ਇੱਕ ਪ੍ਰੋਗਰਾਮ ਚੱਲ ਗਿਆ ਜਿਹੜਾ ਤੁਹਾਡੇ ਡਾਟੇ ਨੂੰ ਸੈੱਲ 'ਚ ਸਟੋਰ ਕਰੂਗਾ। ਜੇ ਤੁਸੀਂ ਐਕਸਲ 'ਚ ਕਿਤੇ ਜਾ ਕੇ ਐਂ ਲਿਖਦੇ ਹੋ ਇਜ਼ੀਕਲ ਟੂ ਸਮ ਬ੍ਰੈਕਟ ਵਿੱਚ ਰੇਂਜ ਦਿੰਦੇ ਹੋ, ਤਾਂ ਫਿਰ ਉਹ ਇੱਕ ਫੰਕਸ਼ਨ ਚੱਲਿਆ, ਉਸ ਫੰਕਸ਼ਨ ਨੇ ਵੀ ਇੱਕ ਬੈਕ ਤੇ ਪ੍ਰੋਗਰਾਮ ਹੈ, ਕੋਡਿੰਗ ਹੈ, ਉਹ ਐਗਜ਼ੀਕਿਊਟ ਹੋਣੀ ਹੈ। ਯਾਨੀ ਜਦ ਤੁਸੀਂ ਐਕਸਲ ਦੇ ਵਿੱਚ ਕੰਮ ਕਰਦੇ ਹੋ ਤਾਂ ਐਕਸਲ ਇਜ਼ ਏ ਗਰੁੱਪ ਆਫ ਲਾਰਜ ਨੰਬਰ ਆਫ ਨਿੱਕੇ ਪ੍ਰੋਗਰਾਮਸ। ਤੋ ਜਦ ਤੁਸੀਂ ਇੱਕ ਕਮਾਂਡ ਦਿੰਦੇ ਹੋ, ਮੰਨ ਲਓ ਤੁਸੀਂ ਐਕਸਲ ਦੇ ਵਿੱਚ ਫਾਰਮੈਟ ਮੈਨੂ ਦੀ ਫੌਂਟ ਕਮਾਂਡ ਜਾਂ ਫਾਰਮੈਟ ਮੈਨੂ ਦੇ ਵਿੱਚ ਸੈੱਲ ਕਮਾਂਡ ਦਿੱਤੀ, ਉੱਥੋਂ ਫੌਂਟ ਚੇਂਜ ਕਰਨ ਦੀ ਕਮਾਂਡ ਦੱਬੀ, ਤਾਂ ਜਦ ਤੁਸੀਂ ਕਮਾਂਡ ਦਿੰਦੇ ਹੋ ਦੈਨ ਉਹ ਕਮਾਂਡ ਨਾਲ ਰਿਲੇਟਡ ਇੱਕ ਪ੍ਰੋਗਰਾਮ ਉਹ ਚੱਲ ਪੈਂਦਾ ਹੈ। ਜਿਹੜੀ ਤੁਸੀਂ ਕਮਾਂਡ ਦੇਈ ਜਾਂਦੇ ਹੋ, ਪ੍ਰੋਗਰਾਮ ਚੱਲੀ ਜਾਣਾ ਹੈ। ਸਾਰੇ ਪ੍ਰੋਗਰਾਮ ਜਦ ਤੁਸੀਂ ਐਕਸਲ ਸਟਾਰਟ ਕਰਦੇ ਹੋ ਤਾਂ ਹਾਰਡ ਡਿਸਕ ਤੋਂ ਰੈਮ 'ਚ ਆ ਗਈ। ਉਹ ਸਾਰੇ ਨਿੱਕੇ ਮੋਡਿਊਲਸ, ਨਿੱਕੇ ਨੇ ਜਾਂ ਵੱਡੇ ਨੇ, ਨਿੱਕੇ ਕਈ ਪ੍ਰੋਗਰਾਮਸ ਨੇ, ਉਹ ਸਾਰੇ ਰੈਮ 'ਚ ਆ ਗਏ। ਜਦ ਤੁਸੀਂ ਕੰਮ ਕਰਦੇ ਹੋ ਤਾਂ ਉਹ ਜਿਹੜਾ ਕੰਮ ਕਰਦੇ ਹੋ ਉਹ ਪ੍ਰੋਗਰਾਮ ਪ੍ਰੋਸੈਸਰ ਕੋਲ ਜਾਂਦਾ, ਪ੍ਰੋਸੈਸਰ ਹੱਲ ਕਰਕੇ ਰਿਜ਼ਲਟ ਰੈਮ 'ਚ ਭੇਜ ਦਿੰਦਾ ਹੈ। ਰੈਮ ਤੋਂ ਸਾਨੂੰ ਸਕਰੀਨ ਤੇ ਦਿਖੀ ਜਾਂਦਾ ਹੈ। ਹੁਣ ਇੱਕ ਪ੍ਰੋਗਰਾਮ ਜਾਂ ਇੱਕ ਕੰਮ ਕਰਨ ਵਾਸਤੇ ਇੱਕ ਸਟੇਟਮੈਂਟ ਨਹੀਂ ਹੈ, ਇੱਕ ਪ੍ਰੋਗਰਾਮ ਜਾਂ ਇੱਕ ਕੰਮ ਕਰਨ ਵਾਸਤੇ ਨੰਬਰ ਆਫ ਸਟੇਟਮੈਂਟਸ ਨੇ। ਉਹ ਸਟੇਟਮੈਂਟਸ ਇੱਥੇ ਪਈਆਂ ਨੇ, ਪ੍ਰੋਸੈਸਿੰਗ ਇਹਨੇ ਕਰਨੀ ਹੈ। ਇਹਦੀ ਮੈਮਰੀ ਇੰਨੀ ਛੋਟੀ ਹੈ ਕਿ ਇਹਦੇ 'ਚ ਸਾਰੀਆਂ ਸਟੇਟਮੈਂਟਾਂ ਇਕੱਠੀਆਂ ਨਹੀਂ ਜਾਣੀਆਂ। ਜੇ ਇਹ ਮੈਮਰੀ ਵੱਡੀ ਹੋ ਜਾਵੇ ਤਾਂ ਮਹਿੰਗੀ ਬਹੁਤੀ ਹੈ। ਮੈਂ ਜਿਹੜੀ ਰਜਿਸਟਰਸ ਦੀ ਗੱਲ ਕੀਤੀ ਨਾ, ਰਜਿਸਟਰਸ ਦੇ ਵਿੱਚ ਡਾਟਾ ਜਾਣਾ, ਰਜਿਸਟਰ 'ਚ ਇਨਸਟਰਕਸ਼ਨ ਜਾਣੀ ਹੈ, ਤਾਂ ਇਹਨੇ ਹੱਲ ਕਰਨੀ ਹੈ। ਉਹ ਰਜਿਸਟਰਸ ਛੋਟੇ ਨੇ, ਇਸ ਕਰਕੇ ਕਿ ਉਹ ਰਜਿਸਟਰਸ ਜਿਹੜੀ ਮੈਮਰੀ ਹੈ ਕਾਫੀ ਕਾਸਟਲੀ ਹੈ। ਪ੍ਰੋਸੈਸਰ ਸਭ ਤੋਂ ਵੱਧ ਮਹਿੰਗਾ ਹੈ, ਫਿਰ ਰੈਮ ਹੈ। ਰੈਮ ਆਪਾਂ ਐਕਸਟੈਂਡ ਕਰ ਲੈਂਦੇ ਆ। ਪ੍ਰੋਸੈਸਰ ਦੇ ਵਿੱਚ ਜਿਹੜੀ ਰੈਮ ਆ ਉਹ ਆਪਣੀ ਇੱਕ ਛੋਟੀ ਜਿਹੀ ਰੈਮ ਆ, ਉਹ ਵੱਡੀ ਰੈਮ ਹੋਊਗੀ ਤਾਂ ਪ੍ਰੋਸੈਸਰ ਜ਼ਿਆਦਾ ਮਹਿੰਗਾ ਹੋ ਜਾਊਗਾ ਤੇ ਉਹਦੀ ਐਫੀਸ਼ੀਐਂਸੀ ਘਟ ਜਾਊਗੀ। ਜਿੰਨੀ ਕਿ ਐਫੀਸ਼ੀਐਂਟ ਚਾਹੀਦੀ ਉਨੀ ਕੀ ਮੈਮਰੀ ਰੱਖੀ ਹੋਈ ਹੈ ਇੱਥੇ। ਹੁਣ ਜਦੋਂ ਅਸੀਂ ਇਨਸਟਰਕਸ਼ਨਾਂ ਇੱਥੋਂ ਇੱਥੇ ਹੱਲ ਭੇਜਣ ਵਾਸਤੇ ਭੇਜਣੀਆਂ ਨੇ, ਜਿਵੇਂ ਮੰਨ ਲਓ ਕਿ ਮੈਂ ਕਹਾਂ ਹੇਠਾਂ 20 ਬੁੱਕਸ ਪਈਆਂ ਨੇ, ਚੱਕ ਕੇ ਲਿਆਓ। ਉਹ ਭਾਰੀ ਭਰੀਆਂ ਬੁੱਕਸ ਨੇ, ਤੁਸੀਂ ਕੋਸ਼ਿਸ਼ ਕਰੋਗੇ ਵੀ ਜੇ ਹੋ ਸਕੇ ਤਾਂ ਇੱਕ ਵਾਰ 'ਚ ਲਿਆਈਏ, ਉਹਨੇ ਗੇੜੇ ਘੱਟ ਲੱਗਣ। ਜੇ ਅਗਰ ਇੱਥੇ ਮੈਮਰੀ ਛੋਟੀ ਹੈ, ਇੱਥੇ ਮੈਮਰੀ ਦੀ ਕੈਪੈਸਿਟੀ ਕਾਫੀ ਹੈ, ਆਪਣੇ ਕੋਲ ਰੈਮ ਇਨਫ ਹੈ, ਜਿੰਨੀ ਮੈਮਰੀ ਚਾਹੀਦੀ ਉਸ ਤੋਂ ਜ਼ਿਆਦਾ 4 GB ਜਾਂ 8 GB ਜਾਂ 10 GB ਆਪਾਂ ਰੈਮ ਇੱਦਾਂ ਦੀ ਲਗਵਾ ਲੈਂਦੇ ਹਾਂ। ਤੇ ਆਹ ਰੈਮ 'ਚ ਕਾਫੀ ਇਨਸਟਰਕਸ਼ਨਾਂ ਨੇ, ਇੱਥੇ ਇੰਨੀਆਂ ਇਨਸਟਰਕਸ਼ਨਾਂ ਇਕੱਠੀਆਂ ਜਾਣੀਆਂ ਹੈ ਨਹੀਂ ਗੀਆਂ। ਇਹਦੇ ਵਿਚਾਲੇ ਇੱਕ ਮੈਮਰੀ ਕੈਸ਼ ਮੈਮਰੀ ਹੈ। ਇਹਦਾ ਕੰਮ ਕੀ ਹੈ? ਇਹਦੀ ਨਾ ਸਪੀਡ, ਜਿਹੜੀ ਆਪਾਂ ਸਪੀਡ ਦੀ ਗੱਲ ਕਰੀਏ ਤਾਂ ਇਹਦੀ ਮੈਮਰੀ ਦੀ ਸਪੀਡ ਬਹੁਤ ਫਾਸਟ ਹੈ। ਇੱਥੇ ਇਨਸਟਰਕਸ਼ਨ ਗਈ ਇਹਨੇ ਬੜੀ ਫਾਸਟ ਹੱਲ ਕਰ ਦੇਣੀ ਹੈ। ਉੱਦਾਂ ਆਪਾਂ ਜਦੋਂ ਸਟਾਰਟਿੰਗ ਤੇ ਕੰਪਿਊਟਰ ਬਾਰੇ ਸਿੱਖਿਆ ਸੀ ਤਾਂ ਮੈਂ ਕਿਹਾ ਸੀ ਰੈਮ ਦੀ ਸਪੀਡ ਬਹੁਤ ਜ਼ਿਆਦਾ ਹੈ, ਸਪੀਡ ਰੈਮ ਦੀ ਬਹੁਤ ਹੈ, ਬਟ ਇਹਦੀ ਉਸ ਤੋਂ ਜ਼ਿਆਦਾ, ਇਹਦੀ ਉਸ ਤੋਂ ਜ਼ਿਆਦਾ। ਜਿਹੜੇ ਇੱਥੇ ਰਜਿਸਟਰਸ ਨੇ, ਇਹਦੀ ਸਪੀਡ ਸਭ ਤੋਂ ਜ਼ਿਆਦਾ ਹੈ, ਫਾਸਟੈਸਟ ਇਹ ਨੇ।
ਜਿਹੜੀ ਇਹ ਕੈਸ਼ ਮੈਮਰੀ ਵਿਚਾਲੇ ਜਿਹੜੀ ਮੈਂ ਹੁਣ ਗੱਲ ਕਰਨ ਲੱਗਿਆ, ਇਹ ਵੀ ਇੱਕ ਛੋਟੀ ਜਿਹੀ ਮੈਮਰੀ ਹੈ, ਵੀ ਮਹਿੰਗੀ ਪੈਂਦੀ ਹੈ, ਤਾਂ ਕਰਕੇ ਇਹਨੂੰ ਸਮਾਲ ਅਮਾਊਂਟ, ਇਹਦਾ ਵੀ ਜਿਹੜਾ ਸਾਈਜ਼ ਹੈ ਨਾ ਸਮਾਲ ਸਾਈਜ਼ ਹੈ, ਯਾਨੀ ਇਹਦੀ ਕੈਪੈਸਿਟੀ ਘੱਟ ਹੈ। ਇਸ ਮੈਮਰੀ ਦੀ ਸਪੀਡ ਰੈਮ ਤੋਂ ਵੀ ਜ਼ਿਆਦਾ ਹੈ। ਜਿਹੜੀਆਂ ਇੰਸਟਰਕਸ਼ਨਾਂ ਕੰਪਿਊਟਰ ਨੂੰ ਆਪਾਂ ਭੇਜਣੀਆਂ ਨੇ, ਜਿਵੇਂ ਐਂ ਕਹਿ ਦਵਾਂ ਵੀ ਮੰਨ ਲਓ ਇੱਥੇ 100 ਇੰਸਟਰਕਸ਼ਨਾਂ ਪਈਆਂ ਨੇ, ਇੱਥੇ 2 ਜਾਣੀਆਂ ਨੇ, ਇੱਥੋਂ 100 ਤੋਂ 2 ਚਲੇ ਗਈਆਂ, ਇੱਥੋਂ ਇੱਥੇ ਜਾਣ ਦਾ ਜਿਹੜਾ ਸਮਾਂ ਆ, 2 ਗਈਆਂ ਉਹ ਹੱਲ ਕੀਤੀਆਂ, ਫਿਰ ਅਗਲੀਆਂ 2 ਗਈਆਂ ਹੱਲ ਕੀਤੀਆਂ, ਅਗਲੀਆਂ 2 ਗਈਆਂ ਹੱਲ ਕੀਤੀਆਂ, ਇਹ ਆਉਣ ਜਾਣ ਨੂੰ ਟਾਈਮ ਵੱਧ ਲੱਗ ਜਾਊਗਾ। ਕੀ ਕੀਤਾ ਜਾਂਦਾ ਆ, ਜਿਹੜੀਆਂ ਇੰਸਟਰਕਸ਼ਨਾਂ ਕੰਪਿਊਟਰ ਨੂੰ ਪਤਾ ਵੀ ਆ ਮੈਂ ਇੱਥੇ ਭੇਜਣੀਆਂ ਨੇ, ਉਹ ਪਹਿਲਾਂ ਹੀ ਉਹਨੇ ਕੈਸ਼ 'ਚ ਰੱਖ ਦਿੱਤੀਆਂ ਨੇ ਇਕੱਠੀਆਂ। ਇਹਦੀ ਮੈਮਰੀ ਦੀ ਕੈਪੈਸਿਟੀ ਉਸ ਤੋਂ ਜ਼ਿਆਦਾ 2 ਨਹੀਂ, ਮੰਨ ਲਓ ਇਹਦੀ ਕੈਪੈਸਿਟੀ 2 ਸਟੇਟਮੈਂਟਾਂ ਦੀ ਹੈ, ਇਹਦੀ ਕੈਪੈਸਿਟੀ ਜਿੰਨੀਆਂ ਟੋਟਲ ਨਹੀਂ ਤਾਂ 1000 ਹੋਣ, ਇਹਦੀ ਕੈਪੈਸਿਟੀ ਤਾਂ ਅਨਲਿਮਿਟਡ ਹੀ ਹੈ, ਕਾਫੀ ਸਟੇਟਮੈਂਟਾਂ ਦੀ ਹੈ, ਇਹਦੀ ਕੈਪੈਸਿਟੀ ਮੰਨ ਲਓ 100 ਸਟੇਟਮੈਂਟਸ ਦੀ ਹੈ। ਇਸ ਤਰ੍ਹਾਂ ਦਾ ਸਿਸਟਮ ਹੈ। ਇਹਨੇ ਜਿਹੜੀਆਂ ਸਟੇਟਮੈਂਟਾਂ ਭੇਜੀਆਂ ਨੇ ਇਕੱਠੀਆਂ ਨੂੰ 100 ਦੇ ਦੇਣੇ, 100 ਦੇ ਦੀਆਂ, ਇਹ ਅੱਗੋਂ 2 ਇਹਨੂੰ ਭੇਜੂਗਾ ਹੱਲ ਕਰੂਗਾ, ਅਗਲੇ 2 ਭੇਜੂਗਾ ਹੱਲ ਕਰੂਗਾ। ਇੱਥੋਂ ਜਿਹੜੀ ਸਪੀਡ ਹੈ ਉਹ ਜ਼ਿਆਦਾ ਹੋਣ ਕਰਕੇ ਸਾਡਾ ਜਿਹੜਾ ਪ੍ਰੋਸੈਸਰ ਹੈ ਉਹਨੂੰ ਵਿਹਲਾ ਨਹੀਂ ਰਹਿਣਾ ਪਊਗਾ। ਜੇਕਰ ਰੈਮ ਤੋਂ ਸਿੱਧਾ ਡਾਟਾ ਜਾਵੇ ਤਾਂ ਆ ਮੈਮਰੀ ਨਾ ਹੋਵੇ ਤਾਂ ਕੀ ਹੋਊਗਾ, ਇਹਨੇ 2 ਭੇਜੀਆਂ ਹੱਲ ਹੋ ਗਈਆਂ, ਜਾਨੂੰ ਉਹ ਵੇਟ ਕਰੂਗਾ, ਮੈਨੂੰ ਅਗਲੇ 2 ਭੇਜ ਬਈ, ਉਹ ਵੇਟ ਕਰੂਗਾ, ਉਹਨਾਂ ਟਾਈਮ ਇਹਦਾ ਵੇਸਟ ਹੋਊਗਾ। ਉਹਨੂੰ ਵੇਟ ਨਾ ਕਰਨੀ ਪਵੇ, ਇੱਕਦਮ ਇਹ ਅੱਗੋਂ 2 ਫਿਰ ਭੇਜੇ ਹੱਲ ਕਰ ਦੇਵੇ, ਇਹ 2 ਫਿਰ ਭੇਜੇ ਹੱਲ ਕਰ ਦੇਵੇ, ਇਹ 2 ਭੇਜੇ ਫਿਰ ਹੱਲ ਕਰ ਦੇਵੇ। ਯਾਨੀ ਇੱਥੋਂ ਐ ਕਹਿ ਸਕਦੇ ਵੀ ਆਹ ਪਾਈਪ ਮੋਟੀ ਹੈ, ਇੱਥੋਂ ਇਕੱਠੀਆਂ ਸਟੇਟਮੈਂਟਾਂ ਚਲੇ ਗਈਆਂ, ਆਹ ਪਾਈਪ ਬਹੁਤ ਤੰਗ ਹੈ, ਇੱਥੇ 2 ਜਾਣੀਆਂ ਨੇ, ਤੋ ਇੱਥੋਂ ਇਹਨੇ ਇਕੱਠੀਆਂ ਭੇਜਤੀਆਂ, ਇੱਥੋਂ ਅੱਗੇ ਭੇਜੀ ਚੱਲੂਗਾ, ਹੱਲ ਕਰੀ ਜਾਣੀ ਹੈ। ਤੋ ਯਾਨੀ ਜਿਹੜੀ ਕੈਸ਼ ਮੈਮਰੀ ਹੈ ਇਹ ਇੱਕ ਇੱਦਾਂ ਦੀ ਮੈਮਰੀ ਹੈ ਜਿਹੜੀ ਸਪੀਡ ਜ਼ਿਆਦਾ ਹੋਣ ਕਰਕੇ ਰੈਮ ਔਰ ਰਜਿਸਟਰ ਦੇ ਇਨ ਬਿਟਵੀਨ ਇੱਕ ਲਿੰਕ ਦਾ ਕੰਮ ਕਰਦੀ ਹੈ। ਰੈਮ ਤੋਂ ਸਟੇਟਮੈਂਟਾਂ ਇੱਥੇ ਚਲੇ ਗਈਆਂ, ਇਹ ਕੰਪਿਊਟਰ ਤੋਂ ਹੱਲ ਕਰਨ ਵਾਸਤੇ ਭੇਜੂਗਾ। ਇੱਕ ਡਾਟਾ ਆਣਾ ਵੀ ਇੱਥੋਂ ਹੀ ਹੈ, ਜਾਣਾ ਵੀ ਇੱਥੋਂ ਹੀ ਹੈ। ਇਹਨੇ ਹੱਲ ਕਰਕੇ ਆਨਸਰ ਕੱਢੇ, ਆਨਸਰ ਕੈਸ਼ 'ਚ ਆ ਗਏ, ਕੈਸ਼ ਤੋਂ ਰੈਮ 'ਚ ਆ ਜਾਣੇ, ਰੈਮ ਤੋਂ ਸਾਨੂੰ ਸਕਰੀਨ ਤੇ ਡਿਸਪਲੇ ਮਿਲ ਜਾਣੇ ਆ। तो कैश मेमोरी बारे मैं कहूँगा, कैश मेमोरी इज वेरी स्पेशल, is a special very high speed memory. It is used to speed up the processing of a computer. ਤੇ ਆਪਾਂ ਸਾਰੀ ਰੈਮ ਸਾਰੀ ਨੂੰ ਕੈਸ਼ ਨਹੀਂ ਯੂਜ਼ ਕਰਦੇ ਕਿਉਂਕਿ ਕੈਸ਼ ਮਹਿੰਗੀ ਹੈ, ਫਿਰ ਕਾਸਟ ਵੀ ਦੇਖਣੀ ਹੈ, ਐਫੀਸ਼ੀਐਂਸੀ ਵੀ ਦੇਖਣੀ ਹੈ ਕਿ ਕਾਸਟ ਤੋਂ ਜ਼ਿਆਦਾ ਐਫੀਸ਼ੀਐਂਸੀ ਉਨੀ ਨਾ ਵਧੇ, ਕਾਸਟ ਵੱਧ ਜਾਵੇ, ਇਹ ਵੀ ਦੇਖਣੀ ਹੈ। ਤੋ ਇਹ ਰੈਮ ਤੇ ਰਜਿਸਟਰ ਦੇ ਇਨ ਬਿਟਵੀਨ ਕੰਮ ਕਰਦੀ ਹੈ। ਆ ਡਾਇਗਰਾਮ ਮੈਮਰੀ ਵਿਦ ਜਿਵੇਂ ਕੈਸ਼ ਦੀ ਹੈ। ਇੱਥੇ ਨਾ ਇੱਕ ਹੋਰ ਚੀਜ਼ ਵੀ ਅੱਗੇ ਆ ਜਾਂਦੀ, ਕ੍ਰਿਟੀਕਲ ਗੱਲਾਂ ਹੋਰ ਵੀ ਨੇ। ਕੈਸ਼ ਵਿੱਚ ਵੀ ਲੈਵਲ 1, ਲੈਵਲ 2, ਲੈਵਲ 3, ਕੈਸ਼ ਵੀ ਇੱਕ 3 ਲੈਵਲਸ ਦੀ ਹੈ। ਲੈਵਲ 1 ਬਹੁਤ ਫਾਸਟ ਹੈ, ਲੈਵਲ 2 ਉਸ ਤੋਂ ਘੱਟ ਫਾਸਟ ਹੈ, ਲੈਵਲ 3 ਉਸ ਤੋਂ ਘੱਟ ਫਾਸਟ ਹੈ। ਕੈਸ਼ ਵੀ ਪ੍ਰੈਕਟੀਕਲੀ ਮੈਂ ਦੱਸਾਂ ਤਾਂ ਐਕਚੁਅਲੀ ਇੱਦਾਂ ਹੈ, ਕੈਸ਼ L1 ਹੈ, ਕੈਸ਼ L2 ਹੈ, ਕੈਸ਼ L3 ਹੈ। ਇਹ ਉਸ ਤੋਂ ਵੀ ਫਾਸਟ ਹੈ, ਫਾਸਟੈਸਟ, ਇਹ ਕਹਿ ਲਓ ਫਾਸਟਰ, ਇਹ ਕਹਿ ਲਓ ਫਾਸਟੈਸਟ, ਇਹ ਫਾਸਟ। ਤੋ ਇੱਥੇ ਵੀ ਇਹ 3 ਸਟੈਪ ਨੇ ਇਹਦੇ ਵੀ, ਕਿ ਰੈਮ ਤੋਂ ਇੱਧਰ ਗਿਆ, ਇੱਥੇ ਪਹਿਲਾਂ ਲੈਵਲ 1 ਚ ਆਣੀ, ਲੈਵਲ 1 ਤੋਂ ਲੈਵਲ 2 ਚ, ਲੈਵਲ 2 ਚੋਂ ਲੈਵਲ 3 ਚ, ਫਿਰ ਉੱਥੋਂ ਰਜਿਸਟਰ ਚ ਆਊਗੀ। ਜਿਹੜਾ ਆਪਰੇਟਿੰਗ ਸਿਸਟਮ ਹੈ ਵਨ ਥਿੰਗ ਕਿ ਇਹ ਇੱਕ ਹਾਰਡਵੇਅਰ ਨਹੀਂ ਹੈ, ਇਹ ਇੱਕ ਸੌਫਟਵੇਅਰ ਹੈ। ਇਹ ਕੰਪਿਊਟਰ ਦਾ ਕੋਈ ਡਿਵਾਈਸ ਨਹੀਂ ਹੈ, ਇਹ ਇੱਕ ਸੌਫਟਵੇਅਰ ਹੈ। ਇਹਦਾ ਕੰਮ ਕੀ ਹੈ ਤੁਸੀਂ ਇਹਨੂੰ ਜਾਣਦੇ ਹੋ, ਤੁਸੀਂ ਵਿੰਡੋਜ਼ ਨੂੰ ਜਾਣਦੇ ਹੋ ਨਾ। ਵਿੰਡੋਜ਼ ਇਜ਼ ਐਨ ਆਪਰੇਟਿੰਗ ਸਿਸਟਮ ਇੱਦਾਂ ਦੇ ਹੋਰ ਵੀ ਬਹੁਤ ਨੇ, ਲਿਨਕਸ
ਤੁਹਾਡੇ ਅਗਲੇ ਸਮੈਸਟਰ ਦੇ ਵਿੱਚ ਇੱਕ ਸਬਜੈਕਟ ਆਊਗਾ, ਇਹ ਵੀ ਇੱਕ ਆਪਰੇਟਿੰਗ ਸਿਸਟਮ ਹੈ। MAC ਮੈਕ OS, ਇਹ ਐਪਲ ਦੀਆਂ ਮਸ਼ੀਨਸ ਵਾਸਤੇ ਯੂਜ਼ ਹੁੰਦਾ ਹੈ, ਐਂਡਰਾਇਡ ਫੋਨ ਤੇ ਯੂਜ਼ ਹੁੰਦਾ ਆ। ਇਹ ਸਾਰੇ ਜਿਹਨਾਂ ਦੇ ਮੈਂ ਨਾਮ ਲੈ ਰਿਹਾ, ਇਹ ਆਪਰੇਟਿੰਗ ਸਿਸਟਮ ਨੇ। ਇਹਨਾਂ ਦਾ ਕੰਮ ਕੀ ਹੈ, ਇਹਨਾਂ ਦਾ ਰੋਲ ਕੀ ਹੈ, ਮੈਨੂੰ ਉਮੀਦ ਹੈ ਕਿ ਤੁਹਾਨੂੰ ਪਤਾ ਹੋਊਗਾ। ਗੁਰਵੀਰ ਸਿੰਘ ਦੱਸੀ ਕੀ ਕੰਮ ਇਹਦਾ? ਮਸ਼ੀਨ ਨੂੰ ਸਿਰਫ ਇਲੈਕਟ੍ਰੋਨਿਕ ਸਿਗਨਲ ਦੀ ਸਮਝ ਹੈ। ਮਸ਼ੀਨ ਕੰਮ ਕਿਵੇਂ ਕਰੂਗੀ? ਇਹਨੂੰ ਬੋਲੀ ਚਲੋਗੇ ਜਿਵੇਂ ਮੈਂ ਇੱਥੇ ਪੱਖੇ ਨੂੰ ਚਲਾਉਣਾ ਹੋਵੇ ਤਾਂ ਮੈਂ ਬੋਲਾਂ ਪੱਖਾ ਚੱਲ ਜਾਊਗਾ? ਨਹੀਂ ਚੱਲਣਾ। ਜੇ ਮੈਂ ਕੋਈ ਬਟਨ ਦਬਾਊਂਗਾ, ਬਟਨ ਕੀ ਕਰਦਾ ਆ? ਬਟਨ ਉਹਨੂੰ ਕਰੰਟ ਦਿੰਦਾ ਆ। ਇਸ ਵੇਲੇ ਪੰਖਾ ਆਫ ਹੈ, ਇਹਦਾ ਮਤਲਬ ਕਿ ਉਹਦਾ ਸਵਿਚ ਆਫ ਹੈ, ਉਹਦਾ ਸਵਿਚ ਦੀ ਤਾਰ ਨਹੀਂ ਜੁੜੀ ਹੋਈ। ਜਦੋਂ ਆਪਾਂ ਸਵਿਚ ਆਨ ਕਰਾਂਗੇ, ਫਿਜ਼ੀਕਲੀ ਕਨੈਕਸ਼ਨ ਜਾਂ ਕੇਬਲ ਨੂੰ ਕਰੰਟ ਦਊਗੀ, ਇਲੈਕਟ੍ਰਿਕ ਕਰੰਟ ਪਾਸ ਹੋਊਗਾ, ਇੱਥੇ ਤੱਕ ਪਹੁੰਚੂਗਾ, ਤਾਂ ਪੱਖਾ ਚੱਲ ਪਊਗਾ। ਇਹ ਹੋ ਗਿਆ ਸਿਗਨਲ। ਇੱਦਾਂ ਹੀ ਜਿਹੜੀ ਮਸ਼ੀਨ ਹੈ, ਇਹਨੂੰ ਫਿਜ਼ੀਕਲੀ ਇਲੈਕਟ੍ਰੋਨਿਕ ਸਿਗਨਲ ਦਾ ਮਤਲਬ ਇਲੈਕਟ੍ਰੋਨਿਕ ਕਰੰਟ ਜਾਣਾ ਤਾਂ ਇਹਨੇ ਕੰਮ ਕਰਨਾ ਹੈ। ਇਹ ਨਹੀਂ ਕਿ ਪਾਵਰ ਆਨ ਕਰਤੀ, ਸਿਗਨਲ ਕਿ ਆਪਾਂ ਪਲੱਸ ਕਰਨਾ ਤਾਂ ਪਲੱਸ ਦੇ ਸਿਗਨਲ ਜਾਣ, ਮਾਈਨਸ ਕਰਨਾ ਮਾਈਨਸ ਦੇ ਸਿਗਨਲ ਜਾਣ। ਸਿਗਨਲ ਨਾਲ ਇਹਨੇ ਕੰਮ ਕਰਨਾ ਹੈ। ਸਿਗਨਲ ਜਿਹੜੇ ਸਾਨੂੰ ਆਉਂਦੇ ਹੈ ਨਹੀਂਗੇ, ਸਾਨੂੰ ਤਾਂ ਕੰਪਿਊਟਰ ਨੂੰ ਆਪਾਂ ਜਿਵੇਂ ਸਿੱਖਿਆ, ਪਤਾ ਹੈ ਕਹਿੰਦੇ ਵੀ ਆਪਾਂ ਐਂ ਕਹਿੰਦਾ ਇਹ ਇੱਕ ਵੇਰੀਏਬਲ ਲਓ, ਉਹ 'ਚ 20 ਪਾ ਦਿਓ। ਉਹ ਜਿਹੜੀ ਸਟੇਟਮੈਂਟ ਆਪਾਂ ਲਿਖਦੇ ਨੇ, ਇੰਟ a = 20, ਇਹ ਸਿਗਨਲ ਨਹੀਂ ਹੈਗੇ, ਇਹ ਸਟੇਟਮੈਂਟਾਂ ਨੇ। ਸਟੇਟਮੈਂਟਾਂ ਨੂੰ ਸਿਗਨਲ ਦੇ ਵਿੱਚ ਕਨਵਰਟ ਕਰਨ ਦਾ ਕੰਮ ਆਪਰੇਟਿੰਗ ਸਿਸਟਮ ਦਾ ਹੈ। ਆਪਰੇਟਿੰਗ ਸਿਸਟਮ ਮਸ਼ੀਨ ਕੀ ਕਰਦੀ ਹੈ? ਮਸ਼ੀਨ ਕੈਨ ਅੰਡਰਸਟੈਂਡ ਓਨਲੀ ਇਲੈਕਟ੍ਰੋਨਿਕ ਸਿਗਨਲਸ। तो ऑपरेटिंग सिस्टम की करता है? ऑपरेटिंग सिस्टम साडियां स्टेटमेंटां नूं इलैक्ट्रॉनिक सिग्नल्स दे विच ट्रांसलेट कर देता है। ऑपरेटिंग सिस्टम ट्रांसलेट्स, चाहे कह लो कन्वर्ट्स आवर स्टेटमेंट्स, जहां स्टेटमेंट का मतलब है इंस्ट्रक्शंस, into electronic signals। ਜੇ ਆਪਰੇਟਿੰਗ ਸਿਸਟਮ ਨਾ ਵਿੱਚ ਆਵੇ ਤਾਂ ਸਾਨੂੰ ਕੰਪਿਊਟਰ ਸਿੱਖਣਾ ਕਾਫੀ ਔਖਾ ਲੱਗੇ। ਫਿਰ ਪਹਿਲਾਂ ਆਪਾਂ ਨੂੰ ਇਲੈਕਟ੍ਰੋਨਿਕ ਸਿੱਖਣੀ ਪੈਣੀ ਹੈ। ਇਲੈਕਟ੍ਰੋਨਿਕਸ 'ਚ ਆਪਾਂ ਨੂੰ ਪਹਿਲਾਂ ਉਹ ਸਾਰੀ ਹਿਸਾਬ ਕਿਤਾਬ, ਸਾਰਾ ਉਹ ਨੌਲੇਜ, ਸਾਰੀ ਉਹ ਜਾਣਕਾਰੀ ਲੈਣੀ ਪੈਣੀ ਹੈ ਜਿਹੜੀ ਕੰਪਿਊਟਰ ਸਮਝ ਸਕਦਾ ਹੈ। ਤੇ ਉਹ ਸਿੱਖ ਕੇ ਵੀ ਸਾਡੇ ਵਾਸਤੇ ਟਿਪੀਕਲ ਹੋਊਗਾ। ਇੱਕ ਨਿੱਕਾ ਜਿਹਾ ਕੰਮ ਵੀ ਕੰਪਿਊਟਰ ਤੋਂ ਕਰਾਉਣਾ ਤਾਂ ਸਾਨੂੰ ਬਹੁਤ ਲੰਬਾ ਪ੍ਰੋਸੈਸ ਯੂਜ਼ ਕਰਨਾ ਪੈਣਾ ਸੀ। ਸਿੱਖ ਵੀ ਲਈ ਤਦ ਵੀ ਡਿਫੀਕਲਟ ਹੋਊਗੀ। ਇਸ ਕਰਕੇ ਆਪਰੇਟਿੰਗ ਸਿਸਟਮ ਤੋਂ ਬਗੈਰ ਕੰਪਿਊਟਰ ਨੂੰ ਯੂਜ਼ ਕਰਨਾ ਕੋਈ ਕਾਰਨ ਨਹੀਂ ਬਣਦਾ ਕਿ ਆਪਾਂ ਕੰਪਿਊਟਰ ਨੂੰ ਯੂਜ਼ ਕਰੀਏ। ਫਿਰ ਤਾਂ ਅਸੀਂ ਆਪ ਹੀ ਕੰਪਿਊਟਰ ਤੋਂ ਵਧੀਆ ਕੰਮ ਕਰ ਸਕਦੇ ਹਾਂ। ਇਹ ਤਾਂ ਹੈ ਨਹੀਂ ਕਿ ਕੰਪਿਊਟਰ ਕੋਈ ਉਹ ਕੰਮ ਵੀ ਕਰ ਸਕਦਾ ਜਿਹੜਾ ਅਸੀਂ ਨਹੀਂ ਕਰ ਸਕਦੇ। ਅਸੀਂ ਵੀ ਕੰਮ ਕਰ ਸਕਦੇ ਹਾਂ। ਅਸੀਂ ਕੰਪਿਊਟਰ ਨੂੰ ਇਸ ਕਰਕੇ ਯੂਜ਼ ਕਰਦੇ ਹਾਂ ਕਿ ਕੰਪਿਊਟਰ ਤੋਂ ਆਪਾਂ ਕੰਮ ਲੈ ਕੇ ਉਹਨੂੰ ਦਿਮਾਗ ਲਾਤਾ, ਅਸੀਂ ਵਿਹਲੇ ਬੈਠ ਕੇ ਆਪਾਂ ਆਪ ਰਿਲੈਕਸ ਹੋ ਕੇ ਬਹਿ ਗਏ ਹਾਂ। ਜੇ ਕੈਲਕੂਲੇਸ਼ਨਾਂ ਕੰਪਿਊਟਰ ਤੋਂ ਕਰਵਾ ਰਹੇ ਹਾਂ ਤਾਂ ਸਾਨੂੰ ਕਰਨੀ ਆਉਂਦੀ ਹੈ। ਜੇ ਡਿਜ਼ਾਈਨਿੰਗ ਕੰਪਿਊਟਰ ਤੋਂ ਕਰਾ ਰਹੇ ਹਾਂ, ਅਸੀਂ ਆਪ ਵੀ ਡਿਜ਼ਾਈਨ ਕਰ ਸਕਦੇ ਹਾਂ। ਕੰਪਿਊਟਰ ਉਹਨੂੰ ਫਾਸਟ ਕਰ ਲੈਂਦਾ, ਉਹਨੂੰ ਐਕੂਰੇਟ ਕਰ ਲੈਂਦਾ ਹੈ। ਤਾਂ ਆਪਰੇਟਿੰਗ ਸਿਸਟਮ ਦਾ ਪਹਿਲਾ ਕੰਮ, ਮੇਨ ਕੰਮ ਇਹ ਹੋ ਗਿਆ ਕਿ ਸਾਡੀਆਂ ਸਿਗਨਲਸ ਨੂੰ ਕੰਪਿਊਟਰ, ਸਾਡੇ ਇੰਸਟਰਕਸ਼ਨਸ ਨੂੰ ਕੰਪਿਊਟਰ ਦੇ ਸਿਗਨਲਸ ਦੇ ਵਿੱਚ ਕਨਵਰਟ ਕਰ ਦਊਗਾ। ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੁਣ ਆਪਰੇਟਿੰਗ ਸਿਸਟਮ ਦੇ ਕੰਮ ਨੇ। ਸ਼ੁਰੂ 'ਚ ਇੱਦਾਂ ਦਾ ਹੀ ਸੀਗਾ। ਹੁਣ ਤਾਂ ਇਹ ਹੋ ਗਿਆ ਕਿ ਜਦੋਂ ਆਪਾਂ ਕੰਪਿਊਟਰ ਨੂੰ ਸਟਾਰਟ ਕਰਦੇ ਹਾਂ, ਇਹ ਆਪਾਂ ਨੂੰ ਮੈਨੂ ਦਿਖਾਉਂਦਾ। ਜਿੱਦਾਂ ਹੋਟਲ ਦੇ ਵਿੱਚ ਆਪਾਂ ਸਰਵਿਸ ਜਾਂ ਕਿਸੇ ਦੁਕਾਨ ਤੋਂ ਆਪਾਂ ਕੋਈ ਸਰਵਿਸ ਲੈਣੀ, ਦੁਕਾਨਦਾਰ ਸਾਨੂੰ ਪੁੱਛਦਾ ਦੱਸੋ ਜੀ ਕੀ ਲੈਣਾ ਹੈ। ਹੁਣ ਉਹ ਸਰਵਿਸਿਜ਼ ਜਿਹੜੀਆਂ ਦੁਕਾਨਦਾਰ ਜਾਂ ਜਿਹੜੀਆਂ ਉਹ ਕੋਈ ਸਰਵਿਸ ਪ੍ਰੋਵਾਈਡਰ ਦੇ ਰਿਹਾ, ਉਹ ਸਰਵਿਸਿਜ਼ ਸਾਨੂੰ ਨਹੀਂ ਪਤਾ। ਅਸੀਂ ਤੁਹਾਨੂੰ ਸਿਰਫ ਬੋਲ ਕੇ ਦੱਸ ਦੇਣਾ ਕਿ ਆਹ ਸਰਵਿਸ ਤੁਹਾਨੂੰ ਚਾਹੀਦੀ ਹੈ, ਉਹ ਸਰਵਿਸ ਉਹਨੇ ਆਪਾਂ ਨੂੰ ਪ੍ਰੋਵਾਈਡ ਕਰ ਦੇਣੀ ਹੈ। ਇੱਦਾਂ ਹੀ ਕੰਪਿਊਟਰਸ ਜਦੋਂ ਆਪਾਂ ਔਨ ਕਰ ਲੈਂਦੇ ਹਾਂ, ਮਸ਼ੀਨ ਔਨ ਕੀਤੀ ਤਾਂ ਆਪਣੇ ਆਪ ਆਪਰੇਟਿੰਗ ਸਿਸਟਮ ਨੇ ਆਪਣੇ ਆਪ ਵੀ ਪਹਿਲਾਂ ਸਟਾਰਟ ਕਰ ਲੈਣਾ ਹੈ। ਨਹੀਂ, ਪਹਿਲੀ ਗੱਲ ਆਪਰੇਟਿੰਗ ਸਿਸਟਮ ਸਿਗਨਲਸ ਕਨਵਰਟ ਕਰਦਾ ਹੈ। ਦੂਜੀ ਗੱਲ ਇਹ ਵੀ ਹੋਗੀ ਕਿ ਜਦੋਂ ਆਪਾਂ ਕੰਪਿਊਟਰ ਦਾ ਜਾਂ ਮਸ਼ੀਨ ਦਾ ਸਵਿਚ ਔਨ ਕਰਦੇ ਹਾਂ ਤਾਂ ਆਪਰੇਟਿੰਗ ਸਿਸਟਮ ਆਪਣੇ ਆਪ ਹੀ ਕੰਪਿਊਟਰ ਦੀ ਮੈਮਰੀ 'ਚ ਲੋਡ ਹੋ ਜਾਊਗਾ, ਆਪਣੇ ਆਪ ਹੀ ਸਟਾਰਟ ਹੋ ਜਾਊਗਾ।
ਸਟਾਰਟ ਹੋ ਜੂਗਾ। ਜਿਵੇਂ ਸ਼ਾਪ ਹੀ ਹੈ, ਸ਼ਟਰ ਬੰਦ ਹੈ ਤਾਂ ਅਸੀਂ ਕੋਈ ਸਮਾਨ ਨਹੀਂ ਲੈ ਸਕਦੇ। ਸ਼ਟਰ ਕੌਣ ਖੋਲੂਗਾ? ਸ਼ਾਪਕੀਪਰ ਸ਼ਾਪ ਦੇ ਵਾਸਤੇ ਆਪਰੇਟਿੰਗ ਸਿਸਟਮ ਦਾ ਕੰਮ ਕਰਦਾ ਆ, ਉਹ ਉਹਨੂੰ ਆਪਰੇਟ ਕਰਦਾ ਹੈ। ਆਪਾਂ ਕਹਿੰਦੇ ਵੀ ਤੂੰ ਕੀ ਕੰਮ ਕਰਦਾ? ਜੋ ਸ਼ਾਪਕੀਪਰ, ਮੈਂ ਦੁਕਾਨ ਆਪਰੇਟ ਕਰਦਾ ਹਾਂ। ਤਾਂ ਜੇ ਸ਼ਾਪਕੀਪਰ ਨਾ ਹੋਵੇ ਤਾਂ ਆਪਾਂ ਦੁਕਾਨ ਤੋਂ ਸਮਾਨ ਨਹੀਂ ਲੈ ਸਕਦੇ। ਸ਼ਾਪਕੀਪਰ ਨਾ ਹੋਵੇ ਤਾਂ ਆਪਾਂ ਉਸ ਸਰਵਿਸ ਪ੍ਰੋਵਾਈਡਰ ਤੋਂ ਸਰਵਿਸ ਨਹੀਂ ਲੈ ਸਕਦੇ ਹੈਗੇ। ਜਿੱਦਾਂ ਸਰਵਿਸ ਪ੍ਰੋਵਾਈਡਰ ਦੇ ਵਾਸਤੇ ਸਰਵਿਸ ਦੇਣ ਵਾਲਾ ਬੰਦਾ ਕੋਈ ਮੂਹਰੇ ਹੈਗਾ, ਐਦਾਂ ਹੀ ਇਹ ਮਸ਼ੀਨ ਸਰਵਿਸ ਦੇ ਸਕਦੀ ਹੈ, ਬਟ ਸਰਵਿਸ ਦੇਣ ਵਾਸਤੇ ਆਪਰੇਟਿੰਗ ਸਿਸਟਮ ਦੀ ਲੋੜ ਹੈ। ਸ਼ਾਪ ਓਪਨ ਕਰਦੇ ਆ ਤਾਂ ਦੁਕਾਨਦਾਰ ਮੂਹਰੇ ਆਉਂਦਾ ਆ, ਦੁਕਾਨਦਾਰ ਹੀ ਪੁੱਛੂਗਾ ਦੱਸੋ ਜੀ ਕੀ ਕੰਮ ਹੈ। ਐਦਾਂ ਹੀ ਜਦੋਂ ਕੰਪਿਊਟਰ ਨੂੰ ਓਪਨ ਕਰਦੇ ਆ, ਸਟਾਰਟ ਕਰਦੇ ਆ, ਤਾਂ ਮੂਹਰੇ ਆਪਰੇਟਿੰਗ ਸਿਸਟਮ ਨੇ ਆ ਜਾਣਾ ਆ, ਇਹਨੇ ਪੁੱਛਣਾ ਦੱਸੋ ਜੀ ਕੀ ਕੰਮ ਹੈ। ਆਪਾਂ ਇਹਨੂੰ ਕਹਿੰਦੇ ਆ ਵਿੰਡੋਜ਼ ਚੋਂ, ਮਤਲਬ ਇਹਨੇ ਆਪਾਂ ਨੂੰ ਇੰਟਰਫੇਸ ਇਦਾਂ ਦਾ ਦਿੱਤਾ, ਇਦਾਂ ਦਾ এনवायरमेंट ਦਿੱਤਾ ਕਿ ਆਪਾਂ ਵੈਰੀ ਈਜ਼ੀਲੀ ਜਿੰਨੇ ਵੀ ਇਹ 'ਚ ਐਪਸ ਨੇ, ਜਿੰਨੇ ਵੀ ਪ੍ਰੋਗਰਾਮਸ ਨੇ, ਉਹਨਾਂ ਦੀ ਲਿਸਟ ਚੋਂ ਚੂਜ਼ ਕਰਾਂਗੇ। ਆਈ ਵਾਂਟ ਟੂ ਰਨ ਦਿਸ, ਆਈ ਵਾਂਟ ਟੂ ਸਟਾਰਟ ਦਿਸ, ਉਹਨੇ ਸਟਾਰਟ ਕਰ ਦੇਣਾ ਹੈ। ਜਦੋਂ ਤੱਕ ਕੰਪਿਊਟਰ ਔਨ ਹੈ ਉਹਨੇ ਚਿਰ ਤੱਕ ਆਪਰੇਟਿੰਗ ਸਿਸਟਮ ਸਾਡੇ ਸਾਹਮਣੇ ਰਹੂਗਾ। ਕੰਪਿਊਟਰ ਦਾ ਸਵਿਚ ਆਫ ਹੁੰਦਿਆਂ ਸਾਰ, ਯਾਨੀ ਜਦੋਂ ਆਪਾਂ ਕੰਪਿਊਟਰ ਨੂੰ ਆਫ ਕਰ ਦਿੰਦੇ ਹਾਂ, ਸ਼ਟ ਡਾਊਨ ਕਰ ਦਿੰਦੇ ਹਾਂ, ਆਪਰੇਟਿੰਗ ਸਿਸਟਮ ਬੰਦ ਕਰ ਦਿੰਦੇ ਹਾਂ। ਸ਼ਾਪ ਕਲੋਜ਼ ਹੋ ਗਈ, ਅਗਲੇ ਦਿਨ ਫਿਰ ਖੁੱਲ ਜੂਗੀ ਜਦੋਂ ਆਪਾਂ ਮਰਜ਼ੀ ਲਈਏ। ਦਿਸ ਵੇ ਕੰਪਿਊਟਰ ਦੀ ਵਰਕਿੰਗ ਹੈ। ਇਹਦੇ ਤੇ ਕੁਝ ਹੋਰ ਚੀਜ਼ਾਂ ਨੇ ਕੱਲ ਆਪਾਂ ਕਰਦੇ ਹਾਂ।